ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਦੀ 24ਵੀਂ ਅਸ਼ਟਪਦੀ ਕਥਾ ਹੋ ਰਹੀ ਹੈ। ਇੱਕ ਬੰਦ ਦੀ ਕਥਾ ਕੱਲ੍ਹ ਹੋ ਗਈ ਸੀ, ਅੱਜ ਦੂਸਰੇ ਬੰਦ ਦੀ ਕਥਾ ਸ਼ੁਰੂ ਹੋਣੀ ਹੈ। ਅਸ਼ਟਪਦੀ 24ਵੀਂ। ਦੂਸਰੇ ਬੰਦ ਦੀ ਪਹਿਲੀ ਪੰਕਤੀ ਹੈ, ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਖੇਮ ਸਦੀਵੀ ਸੁਖ, ਅਬਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਹੇ ਭਾਈ, ਜੇ ਤੂੰ ਸਦਾ ਰਹਿਣ ਵਾਲਾ ਸੁਖ ਚਾਹੁੰਦਾ ਨਾ, ਫਿਰ ਸਦਾ ਹੀ ਪਰਮਾਤਮਾ ਦਾ ਸਿਮਰਨ ਕਰ। ਸੋ ਸੁਖ ਨੂੰ ਕਹਿੰਦੇ ਨੇ ਖੇਮ। ਕੁਸ਼ਲ ਰਾਜ਼ੀ ਖੁਸ਼ੀ ਨੂੰ ਕਹਿੰਦੇ। ਹਿੰਦੀ ਵਾਲੇ ਜੋ ਦੂਜੇ ਚਿੱਠੀ ਲਿਖਿਆ ਕਰਦੇ ਸੇ, हम यहाँ पर कुशलता पूर्वक हैं, आपकी कुशलता भगवान से चाहते हैं। राजी खुशी ਨੂੰ ਕਹਿੰਦੇ। ਸਹਿਜ, ਸਹਿਜ ਅਵਸਥਾ ਜਿਹੜੀ ਹੁੰਦੀ ਹੈ ਅਡੋਲ ਅਵਸਥਾ। ਬੰਦਾ ਡੋਲਦਾ ਨਹੀਂ, ਦੁੱਖ ਆਓ ਸੁੱਖ ਆਓ, ਅਮੀਰੀ ਆਓ ਗਰੀਬੀ ਆਓ, ਕੋਈ ਚੰਗਾ ਕਹੋ ਮੰਦਾ ਕਹੋ, ਉਹ ਅਡੋਲ ਰਹਿੰਦਾ ਹੈ। ਉਹ ਹੁੰਦੀ ਸਹਿਜ ਅਵਸਥਾ। ਆਨੰਦ ਇਹ ਕਦੋਂ ਮਿਲਣਗੇ? ਸਾਧ ਸੰਗ ਭਜ ਪਰਮਾਨੰਦ। ਗੁਰੂ ਦੀ ਸੰਗਤ 'ਚ ਆ ਕੇ ਪਰਮਾਤਮਾ ਜੋ ਪਰਮ ਆਨੰਦ ਹੈ, ਦੋ ਸ਼ਬਦ ਨੇ, ਪਰਮ ਆਨੰਦ। ਹਿੰਦੀ ਦੇ ਵਿੱਚ ਜਦੋਂ ਦੋ ਸ਼ਬਦਾਂ ਨੂੰ ਇਕੱਠਾ ਕੀਤਾ ਜਾਂਦਾ ਹੈ, ਉਹਨੂੰ ਕਹਿੰਦੇ ਨੇ ਸੰਧੀ। ਜਦੋਂ ਇਸ ਸ਼ਬਦ ਨੂੰ ਅੱਡ ਕਰਾਂਗੇ, ਫਿਰ ਉਹਨੂੰ ਕਹਿੰਦੇ ਸੰਧੀ ਛੇਦ। ਇਹ ਦੋ ਸ਼ਬਦਾਂ ਦੀ ਸੰਧੀ ਕੀਤੀ ਗਈ, ਮਿਲਾਏ ਗਏ ਨੇ। ਪਰਮ ਆਨੰਦ। ਫਿਰ ਜਦੋਂ ਇਕੱਠੇ ਕੀਤੇ ਜਾਂਦੇ ਨੇ ਤਾਂ ਆਨੰਦ ਦਾ ਆੜਾ ਖਤਮ ਹੋ ਜਾਂਦਾ, ਉਹਦੀ ਥਾਂ 'ਤੇ ਕੰਨਾ ਲੱਗ ਜਾਂਦਾ, ਬਣ ਗਿਆ ਪਰਮਾਨੰਦ। ਹੁਣ ਇਹਦਾ ਸੰਧੀ ਛੇਦ ਕਰਨਾ ਹੈ ਤਾਂ ਹੋ ਜਾਏਗਾ ਪਰਮ ਪਲੱਸ ਆਨੰਦ। ਸੋ ਪਰਮ ਆਨੰਦ ਦਾ ਮਤਲਬ ਹੈ ਸਭ ਤੋਂ ਉੱਚੀ ਖੁਸ਼ੀ। ਪਰਮ ਆਨੰਦ। ਪਰਮ ਤੋਂ ਉੱਪਰ ਕੋਈ ਡਿਗਰੀ ਨਹੀਂ ਹੈ। ਪਰਮ ਸਭ ਤੋਂ ਉੱਚੀ ਡਿਗਰੀ ਹੈ। ਪਰਮਾਤਮਾ ਨੂੰ ਕਹਿੰਦੇ ਨੇ ਪਰਮ ਆਨੰਦ, ਪਰਮਾਨੰਦ। ਸਾਧ ਸੰਗ ਭਜ ਪਰਮਾਨੰਦ। ਗੁਰੂ ਦੀ ਸੰਗਤ 'ਚ ਆ ਕੇ ਪਰਮਾਤਮਾ ਦਾ ਨਾਮ ਜਪੋ, ਫਿਰ ਕੀ ਮਿਲੇਗਾ? ਦੇਖੋ, ਕਿਸੇ ਨੂੰ ਕੋਈ ਨਾਮ ਜਪੋ ਜੋ ਉੱਚੀ ਨਹੀਂ ਕਿ ਮਨ 'ਚ ਗਿਆ, ਨਾਮ ਜਪਣ ਨਾਲ ਕੀ ਮਿਲਦਾ? ਸਾਨੂੰ ਦੱਸਣਾ ਪਏਗਾ ਕੀ ਮਿਲਦਾ, ਤਾਂ ਹੀ ਜਪੇਗਾ। ਹੁਣ ਤੁਸੀਂ ਬੱਚੇ ਨੂੰ ਕਹਿੰਦੇ ਪੜ੍ਹੋ, ਉਹ ਕਹਿੰਦਾ ਮੰਮੀ ਪੜ੍ਹ ਕੇ ਕੀ ਮਿਲੇਗਾ? ਉਹਨੂੰ ਦੱਸਣਾ ਪੈਣਾ, ਰੁਜ਼ਗਾਰ ਮਿਲੇਗਾ, ਕੋਈ ਨੌਕਰੀ ਮਿਲੇਗੀ, ਕਮਾ ਕੇ ਖਾ ਸਕੇਗਾ, ਥੋੜ੍ਹੀ ਬਹੁਤੀ ਅਕਲ ਆਵੇਗੀ। ਦੱਸਣਾ ਪੈਣਾ, ਤਾਂ ਅਗਲਾ ਇਸ ਪਾਸੇ ਲੱਗੂਗਾ। ਜੇ ਉਹਨੇ ਇੰਨੀ ਕਲਾ ਕਹਿਤਾ ਸਾਧ ਸੰਗ ਭਜ ਪਰਮਾਨੰਦ, ਵੀ ਗੁਰੂ ਦੀ ਸੰਗਤ 'ਚ ਆ ਕੇ ਪਰਮਾਤਮਾ ਦਾ ਨਾਮ ਜਪ, ਫਿਰ ਮਿਲੇਗਾ ਕੀ? ਖੇਮ, ਸੁੱਖ ਮਿਲੇਗਾ, ਕੁਸ਼ਲ, ਰਾਜ਼ੀ ਖੁਸ਼ੀ ਰਹੇਗਾ, ਸਹਿਜ, ਤੈਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਏਗੀ। ਆਨੰਦ, ਤੈਨੂੰ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਏਗੀ। ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਪਰਮਾਤਮਾ ਦੇ ਗੁਣ ਗਾ ਕੇ ਉਹਦੇ 'ਚ ਜਿਹੜਾ ਨਾਮ ਹੈ ਨਾ, ਉਸ 'ਚ ਰਸ ਆਉਂਦਾ, ਫਿਰ ਉਹਨੂੰ ਕਹਿੰਦੇ ਅੰਮ੍ਰਿਤ। ਪਰਮਾਤਮਾ ਦੇ ਗੁਣ ਗਾਓ, ਤੁਹਾਨੂੰ ਫਿਰ ਅੰਮ੍ਰਿਤ ਰਸ ਦੀ ਪ੍ਰਾਪਤੀ ਹੋਏਗੀ। ਉਹ ਜਿਹੜਾ ਅੰਮ੍ਰਿਤ ਰਸ ਹੈ, ਉਹ ਕੀ ਕਰੇਗਾ? ਨਰਕ ਨਿਵਾਰ, ਨਰਕ ਨੂੰ ਦੂਰ ਕਰ ਦੇਗਾ। ਜਿਵੇਂ ਆਪਾਂ ਕਹਿੰਦੇ ਦੁੱਖ ਨਿਵਾਰਨ ਸਾਹਿਬ, ਦੁੱਖ ਨੂੰ ਦੂਰ ਕਰਨ ਵਾਲਾ। ਨਰਕ ਨਿਵਾਰ, ਪਰਮਾਤਮਾ ਜਿਹੜਾ ਨਾਮ ਹੈ ਨਾ, ਉਹ ਨਰਕਾਂ ਨੂੰ ਦੂਰ ਕਰਦੇ, ਭਾਵ ਤੈਨੂੰ ਨਰਕ ਤੋਂ ਬਚਾ ਕੇ ਰੱਖੇਗਾ।
ਉਧਾਰੋ ਜੀਓ, ਤੇ ਆਪਣੀ ਤੇਰੀ ਜਿੰਦ ਦਾ ਭਲਾ ਹੋ ਜਾਏਗਾ। ਉਧਾਰ ਹੁੰਦਾ ਭਲਾ, ਤੇਰੀ ਜਿੰਦ ਦਾ ਭਲਾ ਹੋ ਜਾਏਗਾ, ਤੂੰ ਨਰਕਾਂ ਤੋਂ ਬਚ ਜਾਏਗਾ। ਇਸ ਲਈ ਪਰਮਾਤਮਾ ਦੇ ਗੁਣ ਗਾਓ, ਨਾਮ ਰਸ ਪੀ। ਚਿਤ ਚਿਤਵ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਚਿਤ ਚਿਤਵ, ਚਿਤ ਤਤੇ ਰਸਿਆਰੀ ਲੈ, ਚਿੱਤ ਵਿੱਚ, ਮਨ ਵਿੱਚ। ਚਿਤਵ ਹੁੰਦਾ ਯਾਦ ਕਰਨਾ। ਇੱਕ ਪਰਮਾਤਮਾ ਨੂੰ ਮਨ ਵਿੱਚ ਯਾਦ ਰੱਖੋ, ਨਾਮ ਜਪੀ ਜਾਓ ਦਾ ਪਰਮਾਤਮਾ। ਪਰਮਾਤਮਾ ਕੀ ਏਕ ਰੂਪ, ਉਹਦਾ ਇੱਕ ਰੂਪ ਹੈ। ਪਰਮਾਤਮਾ ਦੇ ਦੋ ਰੂਪ ਨੇ, ਇੱਕ ਨਿਰਗੁਣ, ਇੱਕ ਸਰਗੁਣ। ਜਦੋਂ ਨਿਰਗੁਣ ਹੈ ਤਾਂ ਏਕ ਰੂਪ ਹੈ, ਜਦੋਂ ਸਰਗੁਣ ਹੈ ਤਾਂ ਜਾ ਕੇ ਰੰਗ ਅਨੇਕ, ਉਹਦੇ ਅਨੇਕੇ ਰੂਪ ਨੇ। ਉਹ ਪਰਮਾਤਮਾ ਜਿਹਦਾ ਇੱਕ ਰੂਪ ਹੈ, ਜਦੋਂ ਨਿਰਗੁਣ ਹੁੰਦਾ, ਬਹੁਤੇ ਰੂਪ ਨੇ, ਬਹੁਤੇ ਰੰਗ ਨੇ, ਉਦੋਂ ਸਰਗੁਣ ਹੁੰਦਾ ਹੈ। ਭਾਵ ਪਰਮਾਤਮਾ ਨਿਰਗੁਣ ਵੀ ਹੈ ਅਤੇ ਸਰਗੁਣ ਵੀ ਹੈ। ਨਿਰਗੁਣ ਹੁੰਦਾ ਜਿਹੜਾ ਇਹਨਾਂ ਅੱਖਾਂ ਨਾਲ ਨਾ ਦਿਸੇ, ਸਰਗੁਣ ਹੁੰਦਾ ਜਿਹੜਾ ਇਹਨਾਂ ਅੱਖਾਂ ਨਾਲ ਦਿਸੇ। ਇਸ ਲਈ ਪਰਮਾਤਮਾ ਜੋ ਨਿਰਗੁਣ ਹੈ ਅਤੇ ਸਰਗੁਣ ਹੈ, ਉਸ ਪਰਮਾਤਮਾ ਦਾ ਕਹਿੰਦੇ ਨਾਮ ਜਪੋ, ਉਹਨੂੰ ਚਿੱਤ ਵਿੱਚ ਯਾਦ ਰੱਖੋ। ਗੋਪਾਲ, ਦਾਮੋਦਰ, ਦੀਨ ਦਿਆਲ। ਗੋ ਧਰਤੀ ਨੂੰ ਕਹਿੰਦੇ ਨੇ ਸ੍ਰਿਸ਼ਟੀ, ਪਾਲ ਹੁੰਦਾ ਪਾਲਣ ਵਾਲਾ। ਸ੍ਰਿਸ਼ਟੀ ਉਸੇ ਨੇ ਬਣਾਈ ਹੈ, ਸਾਰੇ ਜੀਵ ਜੰਤੂ ਉਸੇ ਨੇ ਬਣਾਏ ਨੇ, ਫਿਰ ਉਹਨਾਂ ਦੀ ਪਾਲਣਾ ਵੀ ਕਰਦਾ ਹੈ, ਉਹਨੇ ਪਾਲਣਾ ਵੀ ਕਰਦਾ। ਤੁਸੀਂ ਬੱਚੇ ਪੈਦਾ ਕੀਤੇ ਨੇ, ਫਿਰ ਤੁਸੀਂ ਉਹਨਾਂ ਦੀ ਪਾਲਣਾ ਪੋਸ਼ਣਾ ਵੀ ਕਰਦੇ ਹੋ। ਇਸ ਤਰ੍ਹਾਂ ਪਰਮਾਤਮਾ ਗੋਪਾਲ ਹੈ, ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਦਾਮੋਦਰ ਹੈ, ਸਾਰਿਆਂ ਨੂੰ ਆਪਣੇ ਵਿੱਚ ਬੰਨ੍ਹ ਕੇ ਰੱਖਦਾ ਹੈ। ਦਮੋਦਰ ਦੋ ਸ਼ਬਦਾਂ ਤੋਂ ਬਣਿਆ, ਦਾਮ ਉਦਰ। ਦਾਮ ਰੱਸੀ ਨੂੰ ਕਹਿੰਦੇ ਨੇ, ਧਾਗੇ ਨੂੰ ਕਹਿੰਦੇ ਨੇ, ਉਦਰ ਪੇਟ ਨੂੰ ਕਹਿੰਦੇ ਨੇ। ਹੁਣ ਪੇਟ ਦੇ ਦੁਆਲੇ ਰੱਸੀ ਬੰਨੀ ਹੋਈ ਹੈ, ਜਿਵੇਂ ਆਪਾਂ ਲੱਕ ਦੇ ਦੁਆਲੇ ਕਮਰ ਕੱਸਾ ਕਰ ਲੈਂਦੇ। ਹੁੰਦਾ ਤਾਂ ਕਮਰ ਕੱਸਾ, ਪਰ ਲੋਕਾਂ ਦੇ ਢਿੱਡ 'ਤੇ ਬੰਨਿਆ ਹੁੰਦਾ। ਮੈਂ ਦੇਖਿਆ ਸਰੂਪ ਲੈਣ ਜਾਣਗੇ ਜਾਂ ਛੱਡਣ ਜਾਣਗੇ, ਨਾਮ ਤੇ ਕਮਰ ਕੱਸਾ, ਕਮਰ ਲੱਕ ਨੂੰ ਕਹਿੰਦੇ ਨੇ। ਲੱਕ 'ਤੇ ਕੱਪੜਾ ਘੁੱਟ ਕੇ ਬੰਨਣਾ, ਤਾਂ ਜੋ ਤੁਸੀਂ ਜਦੋਂ ਉੱਠੋ ਭਾਰ ਚੱਕ ਕੇ, ਤੁਹਾਡੇ ਲੱਕ ਦਾ ਕੜਾਕਾ ਨਾ ਕਿਤੇ ਨਿਕਲ ਜਾਏ। ਉਹ ਫਿਰ ਨਹੀਂ ਤਾਂ ਕਦੇ ਫਲਾਣੇ ਚੁੱਕ ਪੈ ਗਈ, ਉਹ ਚੁੱਕ ਇਸੇ ਲਈ ਪੈ ਗਈ ਬਈ ਲੱਕ 'ਤੇ ਜ਼ੋਰ ਪੈ ਗਿਆ, ਮਣਕਾ ਆਪਣੀ ਥਾਂ ਤੋਂ ਹਿੱਲ ਗਿਆ ਹੈ। ਇਸ ਲਈ ਸਿੱਖ ਨੂੰ ਸੀ ਵੀ ਤੂੰ ਕਮਰ ਕੱਸਾ ਬੰਨ੍ਹ ਕੇ ਰੱਖਣਾ, ਤਾਂ ਜੋ ਤੈਨੂੰ ਕੰਮ ਕਰਨਾ, ਜੇ ਕਹੀ ਚਲਾਉਣੀ ਹੈ, ਹੋਰ ਕੋਈ ਉੜ ਕੇ ਕੰਮ ਕਰਨਾ ਹੈ, ਤੇਰੇ ਲੱਕ ਦਾ ਨੁਕਸਾਨ ਨਾ ਹੋਵੇ। ਇੰਨਾ ਪਤਾ ਕਮਰ ਕੱਸਾ ਹੈ, ਪਰ ਇਹ ਖਿਆਲ ਨਹੀਂ ਕਰਦੇ ਅਰਥ ਕੀ ਹੈ। ਅਰਥ ਇਹਦਾ ਜੇ ਲੱਕ ਦੇ ਦੁਆਲੇ ਕੱਪੜਾ ਬੰਨਿਆ ਹੁੰਦਾ ਹੈ ਕੱਸ ਕੇ, ਪਰ ਬਹੁਤੇ ਢਿੱਡ 'ਤੇ ਬੰਨਿਆ ਹੁੰਦਾ। ਵੀ ਦੱਸ, ਨਾਮ ਢਿੱਡ ਕੱਸਾ ਨਹੀਂ ਹੈਗਾ, ਕਮਰ ਕੱਸਾ ਹੈ। ਇਹ ਉਦਰ ਹੈ, ਦਾਮ ਉਦਰ, ਪੇਟ ਦੇ ਦੁਆਲੇ ਜਿਹਨੇ ਰੱਸੀ ਬੰਨੀ ਹੋਈ ਹੈ। ਭਾਵ ਜਿਸ ਨੇ ਦੂਜਿਆਂ ਨੂੰ ਕੰਟਰੋਲ ਕੀਤਾ ਹੋਇਆ ਹੈ, ਉਹਨੂੰ ਕਹਿੰਦੇ ਦਾਮੋਦਰ। ਪਰਮਾਤਮਾ ਗੋਪਾਲ ਹੈ, ਦਾਮੋਦਰ ਹੈ, ਦੀਨ ਦਿਆਲ, ਦੀਨਾਂ 'ਤੇ ਦਇਆ ਕਰਨ ਵਾਲਾ। ਅਤੇ ਨਿਮਾਣੇ ਨਿਤਾਣੇ ਗਰੀਬ ਨੂੰ ਕਹਿੰਦੇ ਨੇ ਦੀਨ, ਜਿਹਨੂੰ ਵੇਖ ਕੇ ਦੂਜੇ ਨੂੰ ਤਰਸ ਆ ਜਾਏ, ਐਸੀ ਹਾਲਤ। ਸੋ ਪਰਮਾਤਮਾ ਧਰਤੀ ਨੂੰ ਪਾਲਣ ਵਾਲਾ ਹੈ, ਧਰਤੀ ਨੂੰ ਕੰਟਰੋਲ ਕਰਨ ਵਾਲਾ ਹੈ, ਦੀਨਾਂ 'ਤੇ ਦਇਆ ਕਰਨ ਵਾਲਾ ਹੈ। ਦੁੱਖ ਭੰਜਨ ਪੂਰਨ ਕਿਰਪਾਲ, ਉਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਉਹ ਪੂਰੀ ਤੌਰ 'ਤੇ ਕਿਰਪਾਲੂ ਹੈ, ਉਹ ਕਿਰਪਾਲ ਹੈ, ਉਹ ਕਿਰਪਾਲੂ ਹੈ। ਉਹ ਆ ਜੀਵਾਂ 'ਤੇ ਕਿਰਪਾ ਕਰਦਾ ਹੈ।
ਸਿਮਰ ਸਿਮਰ ਨਾਮ ਬਾਰੰਬਾਰ। ਖਿਆਲ ਰੱਖਣਾ, ਅਖੀਰਲੇ ਅੱਖਰ ਦੀ ਜਿਹੜੀ ਟਿੱਪੀ ਲੱਗੀ ਹੁੰਦੀ ਹੈ, ਇਹ ਆਮ ਤੌਰ 'ਤੇ ਅੱਧੇ ਗੱਗੇ ਦੀ ਜਾਂ ਗੰਗੇ ਦੀ ਆਵਾਜ਼ ਦਿੰਦੀ ਹੈ। ਜਿਵੇਂ ਸੈ ਭੰਗ, ਸੈ ਭੰਗ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ ਹੈ, ਪੱਬੇ 'ਤੇ ਟਿੱਪੀ ਲੱਗੀ ਹੈ, ਉਹਦੇ ਅੱਗੇ ਅੱਧੇ ਗੱਗੇ ਦੀ ਆਵਾਜ਼ ਦੇ, ਪੂਰਾ ਨਹੀਂ, ਸੈ ਭੰਗ ਐ ਨਹੀਂ ਪੜ੍ਹਨਾ ਉਸਨੂੰ, ਉਹ ਅੱਧੇ ਗੱਗੇ ਦੀ ਆਵਾਜ਼ ਦੀ, ਸੈ ਭੰਗ। ਇੱਥੇ ਜਦੋਂ ਬਾਰੰਬਾਰ ਸ਼ਬਦ ਆਏਗਾ, ਇੱਥੇ ਇਹਨੂੰ ਮੰਮਾ ਬੋਲਣਾ, ਇਹਨੂੰ ਬਾਰੰਬਾਰ ਨਹੀਂ ਬੋਲਣਾ। ਇੱਥੇ ਟਿੱਪੀ ਅੱਧੇ ਗੱਗੇ ਦੀ ਆਵਾਜ਼ ਨਹੀਂ ਦੇਗੀ, ਇੱਥੇ ਮੰਮੇ ਦੀ ਆਵਾਜ਼ ਦੇਵੇਗੀ। ਬਾਰੰਬਾਰ, ਵਾਰੀ ਵਾਰੀ, ਅਗੇਨ ਐਂਡ ਅਗੇਨ। ਸਿਮਰ ਸਿਮਰ ਨਾਮ ਬਾਰੰਬਾਰ, ਵਾਰੀ 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 ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ, ਵਾਰੀ ਵਾਰੀ ਕਰੋ। ਔਰ ਕਹਿੰਦੇ ਇੱਕੋ ਹੀ ਵਾਹਿਗੁਰੂ 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 ਕਰੀ ਜਾ, ਕਿਆ ਫਾਇਦਾ ਹੈ? ਤੁਸੀਂ ਕੱਪੜਾ ਬਣਾਉਣ ਵਾਲੀ ਮਸ਼ੀਨ ਦੇਖੋ, ਉਹ ਆਪਣੀ ਧੁਰੀ ਦੇ ਦੁਆਲੇ ਘੁੰਮਦੇ ਰਹਿੰਦੇ, ਤੁਰ ਕੇ ਨਹੀਂ ਕਿਤੇ ਜਾਂਦੇ। ਕਾਰਖਾਨਾ ਕਿਤੇ ਤੁਰ ਕੇ ਨਹੀਂ ਜਾਂਦਾ, ਮਸ਼ੀਨ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਰਹਿੰਦੀ ਹੈ ਅਤੇ ਕਿੰਨੇ ਲੱਖਾਂ ਮੀਟਰ ਕੱਪੜਾ ਤਿਆਰ ਕਰ ਦਿੰਦੀ ਹੈ। ਅਸੀਂ ਵੀ ਆਪਣੀ ਧੁਰੀ ਦੇ ਦੁਆਲੇ ਘੁੰਮੀ ਜਾਣਾ ਹੈ, ਵਾਹਿਗੁਰੂ 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 ਕਰੀ ਜਾਣਾ ਹੈ। ਜੋ ਵਾਹਿਗੁਰੂ ਦੇ ਵਿੱਚ ਗੁਣ ਹਨ, ਸਮਾਂ ਪਾ ਕੇ ਤੁਹਾਡੇ 'ਚ ਪ੍ਰਵੇਸ਼ ਕਰ ਜਾਣਗੇ। ਅਸੀਂ ਔਗਣੇ ਆ ਰਹੇ ਹਾਂ, ਸਵੀਕਾਰ ਕਰ ਲੈਣਾ ਹੈ, ਅਸੀਂ ਔਗਣੇ ਆ ਰਹੇ ਹਾਂ। ਹੁਣ ਉਹ ਔਗਣ ਦੂਰ ਕਿਵੇਂ ਹੋਣ? ਜੇ ਤੇ ਆ ਜੇ ਸੋਝੀ, ਬੰਦਾ ਉਸ ਔਗਣ ਨੂੰ ਛੱਡ ਦਿੰਦਾ ਹੈ। ਪਰ ਕਈ ਵਾਰੀ ਜਿਹੜਾ ਔਗਣ ਕਾਫੀ ਦੇਰ ਕੀਤਾ ਜਾਵੇ ਨਾ, ਉਹਦੀ ਨਿਸ਼ਾਨੀ ਰਹਿ ਜਾਂਦੀ ਹੈ। ਤੁਸੀਂ ਕਾਗਜ਼ 'ਤੇ ਲੈ ਕੇ ਪੈਨਸਲ ਨਾਲ ਲਾਈਨ ਮਾਰੋ, ਰਬੜ ਨਾਲ ਮਿਟ ਜਾਏਗੀ। ਉਸੇ ਲਾਈਨ ਦੇ ਪੈਨਸਲ ਨਾਲ 10 ਵਾਰੀ ਫੇਰੋ, 10-12 ਵਾਰੀ ਫੇਰੋ, ਉਹ ਲਾਈਨ ਇੰਨੀ ਗੂੜੀ ਹੋ ਜਾਏਗੀ ਕਿ ਰਬੜ ਨਾਲ ਛੇਤੀ ਛੇਤੀ ਨਹੀਂ ਮਿਟੇਗੀ। ਹੁਣ ਜਿਹੜੇ ਕੁਝ ਤੇ ਮਿਟ ਗਈ, ਹੁਣ ਬਾਕੀ ਦਾ ਕੀ ਕੀਤਾ ਜਾਵੇ? ਆਪਾਂ ਨੇ ਬੁਰਾਈ ਛੱਡਤੀ, ਬਹੁਤ ਅੱਛਾ ਕੀਤਾ, ਪਰ ਹੁਣ ਜਿਹੜੀ ਪਹਿਲਾਂ ਬੁਰਾਈ ਹੋ ਗਈ ਉਹਦਾ ਕੀ ਕੀਤਾ ਜਾਵੇ? ਮੈਂ ਮੰਨ ਲਓ ਕੋਈ ਬੁਰਾ ਕੰਮ ਕਰਦਾ, ਮੈਂ ਤੋਬਾ ਕਰ ਲਿਆ ਗੁਰੂ ਮਹਾਰਾਜ ਅੱਗੇ, ਬਈ ਮੈਨੂੰ ਹੁਣ ਸੋਝੀ ਆ ਗਈ, ਮੈਂ ਅੱਗੇ ਤੋਂ ਇਹ ਗਲਤੀ ਨਹੀਂ ਕਰਦਾ, ਬਈ ਮੈਨੂੰ ਮੁਆਫ ਕਰ ਦਿਓ। ਉਹ ਕਹਿੰਦੇ ਚੰਗਾ, ਅੱਗੇ ਤੋਂ ਨਾ ਕਰੀ, ਪਰ ਹੁਣ ਜਿਹੜੀ ਪਹਿਲਾਂ ਹੋ ਗਈ ਉਹ ਐਂ ਤਾਂ ਇੱਕ ਬੰਦਾ 59 ਸਾਲ ਦੀ ਉਮਰ, ਮੰਨ ਲਓ 58 'ਚ ਰਿਟਾਇਰ ਹੁੰਦਾ, 57 ਸਾਲ ਦੀ ਉਮਰ ਤੱਕ ਰਿਸ਼ਵਤ ਲੈਂਦਾ ਰਿਹਾ, ਅਤੇ ਉਹਨੇ ਸੋਚਿਆ ਸਾਲ ਕਰੇਗਾ ਉਹਨੂੰ ਛੱਡ ਹੀ ਦੇਈਏ। ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਅੱਗੇ ਤੋਂ ਰਿਸ਼ਵਤ ਲੈਣੀ ਛੱਡੀ। ਚਲੋ ਚੰਗੀ ਗੱਲ ਹੈ ਜੀ, 1 ਸਾਲ ਰਹਿੰਦਾ, ਪਰ ਹੁਣ 57 ਸਾਲ ਜਿਹੜੇ ਕਰੋੜ 2 ਕਰੋੜ ਇਕੱਠੇ ਕਰ ਲਏ, ਉਹ ਬਾਣੀ ਕਹਿੰਦੀ ਹੈ ਅੱਗੇ ਤੋਂ ਗਲਤੀ ਨਹੀਂ ਕਰਨੀ, ਜੋ ਪਹਿਲਾਂ ਹੋ ਗਈ ਹੈ ਉਹ ਨਾਮ ਜਪ 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 ਕੇ ਉਹਦਾ ਅਸਰ ਖਤਮ ਕਰ ਲਓ, ਉਹਦਾ ਅਸਰ ਖਤਮ ਕਰ ਦਿਓ। ਕਹਾਵਤ ਨੇ 900 ਚੂਹੇ ਖਾ ਕੇ ਬਿੱਲੀ ਹਾਜਰੂ ਚੱਲੀ। 900 ਚੂਹੇ ਖਾ ਲਏ, ਫਿਰ ਸੋਝੀ ਆ ਗਈ, ਓਹੋ, ਹਾਲਾਂਕਿ ਉਹਦਾ ਤਾਂ ਭੋਜਨ ਹੀ ਚੂਹੇ ਹੈ, ਉਹਨੂੰ ਕੋਈ ਪਾਪ ਨਹੀਂ ਲੱਗਦਾ। ਇਹ ਸਾਡੇ ਵਰਗੇ ਨੂੰ ਕਿਹਾ ਵੀ ਸਾਰੀ ਉਮਰ ਕਰਪਟ ਰਿਹਾ ਹੈ, ਹੁਣ ਕਹਿੰਦਾ ਮੈਂ ਜਾ ਕੇ ਪਟਨਾ ਸਾਹਿਬ ਮੁਆਫੀ ਮੰਗਾ, ਉੱਥੇ ਜਿਹੜੇ ਕਾਰਨ ਤੀਰਥ ਇਸ਼ਨਾਨ ਫਲਾਣੇ ਥਾਂ ਜਾਓ। ਹਾਲਾਂਕਿ ਕਹਿੰਦਾ ਹਾਂ 900 ਚੂਹੇ ਖਾ ਕੇ ਹੁਣ ਬਿੱਲੀ ਹੱਜ ਨੂੰ ਚੱਲੀ, ਕੋਈ ਗੱਲ ਨਹੀਂ, 900 ਖਾ ਲਏ, ਅੱਗੇ ਤੋਂ ਨਾ ਕਰ ਦਿਓ ਵੀ ਅੱਗੇ ਤੋਂ ਨਹੀਂ ਮੈਂ ਖਾਂਦੀ, ਹੁਣ ਬਖਸ਼ਾਉਣੇ ਨੇ ਉਹ ਤਾਂ ਹੱਜ ਕਰਨ ਚੱਲੇ। ਸਾਡੇ ਬਖਸ਼ਾਉਣ ਦਾ ਕੀ ਮਤਲਬ ਹੈ?
ਅਸੀਂ ਗੁਰੂ ਮਹਾਰਾਜ ਜੀ ਕੇ ਖਲੋ ਕੇ ਗਲ 'ਚ ਪੱਲਾ ਪਾ ਕੇ ਸੱਚੇ ਦਿਲੋਂ कहना सच्चे पातशाह मैं आ गलती करता रहा हूँ, तेरी बाणी पढ़ पढ़ के सत्संग करके मैनू आ गई सोझी, मैं अज तो ये बुराई छड़ी, मैं तोबा करदा मुड़ के ये काम नहीं करांगा। गुरबाणी कहते पिछले औगण बख्श ले हर आगे मार्ग पावे, औगण बख्श शर्त है कि मुड़ के नहीं करना औगण। ਅਤੇ ਉਸ ਔਗਣ ਦਾ ਜੋ ਮਨ 'ਤੇ ਪ੍ਰਭਾਵ ਪੈ ਗਿਆ ਹੈ ਉਹ ਬਾਣੀ ਪੜ੍ਹ ਕੇ ਤੇ ਨਾਮ ਜਪ ਜਪ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਜਦੋਂ ਪ੍ਰਭਾਵ ਦੂਰ ਹੋ ਗਿਆ, ਅੱਗੇ ਤੋਂ ਮਾੜਾ ਕੰਮ ਕੀਤਾ ਨਹੀਂ, ਬਸ ਫਿਰ ਸਭ ਕੁਝ ਠੀਕ ਹੋ ਜਾਏਗਾ, ਫਿਰ ਸਭ ਕੁਝ ਠੀਕ ਹੋ ਜਾਏਗਾ। ਇਸ ਲਈ ਕਹਿੰਦੇ ਨੇ ਸਿਮਰ ਸਿਮਰ ਨਾਮ ਬਾਰੰਬਾਰ, ਵਾਰੀ ਵਾਰੀ ਨਾਮ ਜਪੋ, ਨਾਨਕ ਜੀ ਕਾ ਇਹ ਆਧਾਰ। ਇਹ ਜਿੰਦ ਦਾ ਆਧਾਰ ਦਾ ਆਸਰਾ, ਇਹ ਪਰਮਾਤਮਾ ਦਾ ਨਾਮ ਹੀ ਸਾਡੀ ਜਿੰਦ ਦਾ ਆਸਰਾ ਹੈ। ਸਾਡੀ ਜਿੰਦ ਦਾ ਪਾਰ ਉਤਾਰਾ ਕਰਨਾ ਇਸ ਨਾਮ ਨੇ ਹੀ ਕਰਨਾ ਹੈ। ਇਸ ਲਈ ਕਹਿੰਦੇ ਵਾਰੀ 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 ਨਾਮ ਜਪੀ ਜਾਓ, ਉੜਦੇ ਬੈਠਦੇ ਤੁਰਦੇ ਫਿਰਦੇ ਵਾਹਿਗੁਰੂ 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 ਕਰਦੇ ਰਹੋ। ਜੇ ਬਾਣੀ ਦਾ ਸ਼ੌਕ ਹੈ ਬਾਣੀ ਪੜ੍ਹਦੇ ਰਹੋ, ਨਾਮ ਦਾ ਸ਼ੌਕ ਹੈ ਨਾਮ ਜਪਦੇ ਰਹੋ। ਇਸ ਚੱਕਰ 'ਚ ਨਹੀਂ ਪੈਣਾ ਕਿ ਨਾਮ ਵੱਡਾ ਹੈ ਕਿ ਬਾਣੀ ਵੱਡੀ ਹੈ, ਇਸ ਚੱਕਰ 'ਚ ਨਹੀਂ ਪੈਣਾ। ਨਾਮ ਸਿਮਰਨ ਵਾਲੇ ਨੂੰ ਕੋਲ ਜਾਓਗੇ ਤਾਂ ਉਹ ਕਹੂਗਾ ਹਾਂਜੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਇਹ ਕਹਿ ਦੇਗਾ ਤੁਹਾਨੂੰ। ਬਾਣੀ ਵਾਲੇ ਕੋਲ ਜਾਓਗੇ ਉਹ ਕਹਿੰਦੇ ਆਇਓ ਪੜ੍ਹਨ ਸੁਣਨ ਕੋ ਬਾਣੀ, ਭਾਈ ਤੂੰ ਤਾਂ ਬਾਣੀ ਪੜ੍ਹ ਤੇ ਸੁਣ ਲਈ ਆਏ, ਇਸ ਲਈ ਬਾਣੀ ਪੜ੍ਹਿਆ ਕਰ ਸੁਣਿਆ ਕਰ। ਇਸ ਲਈ ਤੁਸੀਂ ਚੱਕਰ 'ਚ ਨਹੀਂ ਪੈਣਾ। ਬਾਣੀ ਨੇ ਵੀ ਸਾਨੂੰ ਸੱਚਖੰਡ ਲੈ ਜਾਣਾ, ਸਿਮਰਨ ਨੇ ਵੀ ਸਾਨੂੰ ਸੱਚਖੰਡ ਲੈ ਜਾਣਾ। ਸ਼ਰਤ ਨਾਲ ਹੈ ਕਿ ਮਾੜੇ ਕੰਮ ਨਹੀਂ ਕਰਨੇ। ਬਾਣੀ ਵੀ ਲੈ ਜਾਂਦੀ ਹੈ। ਇੱਕ ਵਾਰੀ ਦਸਮ ਪਾਤਸ਼ਾਹ ਕੋਲ ਇੱਕ ਗੋਪਾਲ ਦਾਸ ਨਾਮ ਦਾ ਬੈਰਾਗੀ ਆਇਆ। ਕਹਿੰਦੇ ਮਹਾਰਾਜ ਜੀ ਮੈਂ ਅੰਮ੍ਰਿਤ ਛਕਣਾ। ਕਹਿੰਦੇ ਨਹੀਂ ਗੋਪਾਲ ਦਾਸ ਜੀ ਤੁਹਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਤੁਸੀਂ ਜਾ ਕੇ ਆਪਣੇ ਇਲਾਕੇ 'ਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਿਆ ਕਰੋ, ਲੋਕਾਂ ਤੋਂ ਨਾਮ ਜਪਾਇਆ ਕਰੋ, ਬਾਣੀ ਪੜ੍ਹਾਇਆ ਕਰੋ। ਉਹ ਝੰਗ ਦੇ ਰਹਿਣ ਦਾ ਵਾਲਾ ਬੰਦਾ, ਪਾਕਿਸਤਾਨ 'ਚ ਝੰਗ ਦਾ ਇਲਾਕਾ ਹੈ। ਆਹ ਬਹਾਵਲਪੁਰੀ ਜਿਹੜੇ ਨੇ ਇਹ ਝੰਗ ਦੇ ਇਲਾਕੇ ਨੂੰ ਝਾਂਗੀ ਵੀ ਕਹਿੰਦੇ ਸੀ ਪਹਿਲਾਂ। ਇਹਨਾਂ ਬਹਾਵਲਪੁਰੀ ਕਹਿੰਦੇ ਝਾਂਗੀ ਨੇ ਵੀ ਝੰਗ ਜੋ ਪੰਜਾਬੀ ਨੇ ਪੰਜਾਬ ਦੇ ਰਹਿਣ ਵਾਲੇ, ਹਰਿਆਣਵੀ ਹਰਿਆਣੇ ਦੇ ਰਹਿਣ ਵਾਲੇ, ਝਾਂਗੀ ਝੰਗ ਦੇ ਰਹਿਣ ਵਾਲੇ। ਵੀ ਤੂੰ ਆਪਣੇ ਇਲਾਕੇ ਜਾ ਕੇ ਬਾਣੀ ਪੜ੍ਹਾ, ਸਿੱਖਾਂ ਨੂੰ ਨਾਮ ਜਪਾ। ਚਲੋ ਜੀ, ਉਹਨਾਂ ਨੇ ਸੁਖਮਨੀ ਸਾਹਿਬ ਦੇ ਪਾਠ ਸਿਖਾਉਣੇ ਸ਼ੁਰੂ ਕਰਤੇ। ਜਿਹੜਾ ਵੀ ਆਇਆ ਕਰੇ ਉਹਨਾਂ ਕੋਲ ਭਾਈ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ। ਸੁਖਮਨੀ ਸਾਹਿਬ ਦਾ ਪਾਠ ਕਰਨ 'ਤੇ ਲਾਤੀ ਦੁਨੀਆ। ਇੱਕ ਵਾਰੀ ਸੰਗਤ ਬੈਠੀ ਹੈ ਅਤੇ ਉਹ ਵੀ ਬੈਠੇ ਨੇ। ਅਚਾਨਕ ਆਕਾਸ਼ ਵੱਲ ਉਹਨਾਂ ਦਾ ਧਿਆਨ ਗਿਆ। ਕੀ ਦੇਖਿਆ ਵੀ ਦੇਵਤੇ ਵਿਵਾਨ ਲੈ ਕੇ ਜਾ ਰਹੇ ਨੇ। ਵਿੱਚ ਦੇਖਦੇ ਨੇ ਕਿ ਇਹ ਫਲਾਣੇ ਪਿੰਡ ਦਾ ਫਲਾਣੇ ਮਹਾਜਨ ਦਾ ਇਹ ਨੌਕਰ ਹੈ। ਕਹਿੰਦੇ ਵਾਹ ਵਾਹ ਭਲਾ ਭਲਾ ਹੈ ਕਿ ਕਿਉਂਕਿ ਹੁਣ ਉਹਨਾਂ ਤੋਂ ਬਿਨਾਂ ਉਹਨਾਂ ਦੀ ਦੇਵਦ੍ਰਿਸ਼ਟੀ ਖੁੱਲ੍ਹੀ ਸੀ, ਉਹਨਾਂ ਨੂੰ ਬੇਵਾਨ ਦਿਸੇ, ਬਾਕੀ ਦਿਸ ਹੀ ਨਹੀਂ ਸੀ ਰਿਹਾ। ਜਿਹੜੀ ਸੰਗਤ ਬੈਠੀ ਸੀ ਕਹਿੰਦੇ ਮਹਾਰਾਜ ਜੀ ਕਿਉਂ ਕਹਿ ਰਹੇ ਭਲਾ ਭਲਾ ਵਾਹ ਵਾਹ। ਕਹਿੰਦੇ ਭਾਈ ਉਹ ਫਲਾਣੇ ਪਿੰਡ ਦਾ ਜਿਹੜਾ ਮਹਾਜਨ ਹੈ ਨਾ, ਇਹ ਉਹਦਾ ਨੌਕਰ ਸੀ। ਇਹ ਹਰ ਵਕਤ ਸੁਖਮਨੀ ਸਾਹਿਬ ਦਾ ਪਾਠ ਕਰਨ ਮੂੰਹ ਜ਼ਬਾਨੀ ਯਾਦ ਸੀ, ਹਰ ਵਕਤ ਉੱਠਦਾ ਬੈਠਦਾ ਤੁਰਦਾ ਫਿਰਦਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਰਹਿੰਦਾ ਸੀ। ਮਹਾਜਨ ਨੇ ਇਹਨੂੰ ਭੇਜਿਆ ਵੀ ਫਲਾਣੇ ਪਿੰਡੋਂ ਜਾ ਕੇ ਤੂੜੀ ਲੈ ਆ। ਇਹ ਤੂੜੀ ਲੈਣ ਗਿਆ, ਜੋ ਤੂੜੀ ਪਾ ਰਿਹਾ ਸੀ ਤੂੜੀ 'ਚੋਂ ਸੱਪ ਨਿਕਲਿਆ ਅਤੇ ਇਹਨੂੰ ਡੰਗ ਮਾਰਿਆ ਅਤੇ ਮਰ ਗਿਆ। ਕਿਉਂਕਿ ਜਦੋਂ ਡੰਗ ਵੱਜਿਆ ਉਸ ਵੇਲੇ ਵੀ ਇਹ ਸੁਖਮਨੀ ਸਾਹਿਬ ਦਾ ਪਾਠ ਕਰਦਾ, ਸੁਖਮਨੀ ਸਾਹਿਬ ਦਾ ਪਾਠ ਕਰਦਾ ਕਰਦਾ ਮਰਿਆ। ਇਸ ਲਈ ਦੇਵਤੇ ਨੂੰ ਵਿਵਾਨ 'ਚ ਬਿਠਾ ਕੇ ਨਾ ਸੱਚਖੰਡ ਲੈ ਕੇ ਜਾ ਰਹੇ ਨੇ। ਅਸੀਂ ਕਿਹਾ ਵਾਹ ਵਾਹ ਭਲਾ ਭਲਾ ਤਾਂ ਕਿਹਾ। ਸੋ ਇਸ ਲਈ ਤੁਹਾਡੀ ਆਪਣੀ ਮਰਜ਼ੀ ਹੈ। ਮੂਲ ਮੰਤਰ ਆਉਂਦਾ ਉਹੀ ਕਰੀ ਜਾਓ, ਜਪਜੀ ਸਾਹਿਬ ਹੁੰਦਾ ਉਹ ਕਰੀ ਜਾਓ, ਸੁਖਮਨੀ ਸਾਹਿਬ ਦਾ ਪਾਠ ਹੁੰਦਾ ਉਹ ਕਰੀ ਜਾਓ। ਜੇ ਆਨ ਪੜ੍ਹੋ ਤਾਂ ਭਾਈ ਵਾਹਿਗੁਰੂ ਵਾਹਿਗੁਰੂ ਕਰੀ ਜਾਓ।
ਨਹੀਂ ਤੇ ਮੂਲ ਮੰਤਰ ਤੇ ਅਨਪੜ੍ਹ ਵੀ 2 ਲਾਈਨਾਂ ਯਾਦ ਕਰ ਲੈਂਦੇ ਨੇ। ਮੂਲ ਮੰਤਰ ਜਾਪ ਯਾਦ ਕਰਦੇ ਰਿਹਾ ਕਰੋ, ਕਿਉਂਕਿ ਵਾਹਿਗੁਰੂ ਵਾਹਿਗੁਰੂ ਕਰਨ ਦਾ ਅਧਿਕਾਰ ਤਾਂ ਸਿਰਫ ਐਕਚੁਅਲੀ ਉਹਨਾਂ ਨੂੰ ਹੈ ਜਿਨ੍ਹਾਂ ਨੇ ਗੁਰਮੰਤਰ ਲਿਆ ਹੋਇਆ। ਜਿਹੜੇ ਅੰਮ੍ਰਿਤਧਾਰੀ ਹਨ ਉਹ ਆਪਣਾ ਸਿਮਰਨ ਕਰਦੇ ਰਹੋ। ਦੂਜਿਆਂ ਨੂੰ ਕਿਉਂਕਿ ਵਾਹਿਗੁਰੂ ਗੁਰਮੰਤਰ ਮਿਲੇ ਹੀ ਨਹੀਂ ਹੈ, ਇਸ ਲਈ ਦੂਜਿਆਂ ਦਾ ਫਰਜ਼ ਬਣਦਾ ਉਹ ਚਾਹੇ ਪਾਠ ਕੋਈ ਕਰ ਲਓ, ਚਾਹੇ ਮੂਲ ਮੰਤਰ ਦਾ ਜਾਪ ਉੱਠਦੇ ਬੈਠਦੇ ਤੁਰਦੇ ਫਿਰਦੇ ਕਰਦੇ ਰਹੋ, ਜਾਂ ਕੋਈ ਸ਼ਬਦ ਲੈ ਕੇ ਉਹਦਾ ਜਾਪ ਕਰਦੇ ਰਹੋ। ਜੇ ਜ਼ਿਆਦਾ ਪੜ੍ਹੇ ਲਿਖੇ ਥੋੜ੍ਹਾ ਬਹੁਤਾ ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਨਿਤਨੇਮ ਕਰ ਲਓ, ਕੋਈ ਵੀ ਬਾਣੀ ਲੈ ਲਓ। ਹਰ ਇੱਕ ਬਾਣੀ ਨੇ ਹੀ ਮਨੁੱਖ ਦਾ ਪਾਰ ਉਤਾਰਾ ਕਰ ਦੇਣਾ ਹੈ। ਬਾਣੀਆਂ ਦੇ ਵਿੱਚੋਂ ਵੀ ਇਸ ਚੱਕਰ 'ਚ ਨਹੀਂ ਪੈਣਾ ਕਿ ਕਿਹੜੀ ਬਾਣੀ ਵੱਧ ਤਾਕਤਵਰ ਤੇ ਕਿਹੜੀ ਘੱਟ ਹੈ। ਸਾਰੀ ਬਾਣੀ ਹੀ ਤਾਕਤਵਰ ਹੈ। ਜਿਵੇਂ ਇਸ ਚੱਕਰ 'ਚ ਨਹੀਂ ਪੈਣਾ ਕਿ ਬਾਣੀ ਦਾ ਜ਼ਿਆਦਾ ਲਾਭ ਹੈ ਕਿ ਸਿਮਰਨ ਦਾ ਲਾਭ ਹੈ, ਇਸ ਚੱਕਰ 'ਚ ਨਹੀਂ ਪੈਣਾ। ਤੁਹਾਡੀ ਰੁਚੀ ਹੈ ਸਿਮਰਨ 'ਚ ਰੁਚੀ ਹੈ, ਸਿਮਰਨ ਕਰਦੇ ਰਹੋ, ਇਹ ਵੀ ਤੁਹਾਨੂੰ ਸੱਚਖੰਡ ਲੈ ਜਾਓ। ਬਾਣੀ ਦੀ ਰੁਚੀ ਹੈ ਬਾਣੀ ਪੜ੍ਹਦੇ ਰਹੋ, ਇਹ ਵੀ ਤੁਹਾਨੂੰ ਸੱਚਖੰਡ ਲੈ ਜਾਏਗੀ। ਕੋਈ ਸਹਿਜ ਪਾਠ ਕਰਦਾ ਤਾਂ ਸਹਿਜ ਪਾਠ ਹੀ ਕਰੀ ਜਾਓ, ਕੋਈ ਇੰਨੇ ਜੋਗਾ ਨਹੀਂ ਪਾਈ, ਕੋਈ ਇੱਕ ਪਾਠ ਕਰਨਾ ਸ਼ੁਰੂ ਕਰ ਦਿਓ ਕਰੋ। ਉਹ ਜਿਹੜਾ ਸੀ ਨੌਕਰ ਉਹ ਸੁਖਮਨੀ ਸਾਹਿਬ ਦਾ ਪਾਠ ਕਰੇ, ਹਰ ਵਕਤ ਉੱਠਦਾ ਬੈਠਦਾ ਤੁਰਦਾ ਫਿਰਦਾ ਕਰਦਾ ਰਹਿੰਦਾ ਸੀ, ਅਤੇ ਪਾਠ ਕਰਦਿਆਂ ਕਰਦਿਆਂ ਹੀ ਉਹਦੀ ਮੌਤ ਹੋਈ ਅਤੇ ਉਹ ਜਿਹੜਾ ਬੇਵਾਨ 'ਤੇ ਬੈਠ ਗਏ। ਲਿਜਾ ਦੇਵ 'ਤੇ ਰਹੇ ਨੇ। ਭਜਨ ਬੰਦਗੀ ਕਰਨ ਵਾਲੇ ਨੂੰ ਜੰਮ ਨਹੀਂ ਲਿਜਾਇਆ ਕਰਦੇ। ਜੰਮ ਤੇ ਉਹਨਾਂ ਲੋਕਾਂ ਨੂੰ ਜਾਂ ਜਿਹੜੇ ਪੁੱਠੇ ਕੰਮ ਕਰਦੇ ਨੇ ਨਾਮ ਨਹੀਂ ਜਪਦੇ। ਭਜਨ ਸਿੱਧੇ ਕੰਮ ਕਰਨ ਵਾਲਿਆਂ ਨੂੰ, ਮੰਨ ਲਓ ਤੁਸੀਂ ਭਜਨ ਬੰਦਗੀ ਨਹੀਂ ਵੀ ਕਰਦੇ, ਤੁਸੀਂ ਸ਼ੁਭ ਕਰਮ ਕਰਦੇ ਰਹੇ ਸਾਰੀ ਉਮਰ, ਫਿਰ ਵੀ ਭਾਵੇਂ ਜੰਮਦੂ ਤੁਹਾਨੂੰ ਲੈ ਕੇ ਜਾਣਗੇ ਪਰ ਉਹ ਕਹਿਣਗੇ ਤੁਹਾਨੂੰ ਕੁਛ ਨਹੀਂ, ਕਿਉਂ ਪਤੇ ਨੇ ਮਾੜਾ ਕੰਮ ਹੀ ਨਹੀਂ ਕੀਤਾ। ਇਸ ਨੇ ਮਾੜਾ ਕੰਮ ਹੀ ਨਹੀਂ ਕੀਤਾ, ਕੁਛ ਨਹੀਂ ਕਹਿਣਗੇ, ਉਂਝ ਲੈ ਜਾਣਗੇ। ਸਾਡੇ ਸਤਸੰਗੀ ਬੀਬੀ ਵੀਰ ਕੌਰ, ਅੱਜ ਕੱਲ੍ਹ ਤਾਂ ਅਮਰੀਕਾ ਪਰਿਵਾਰ ਸਾਰਾ ਚਲੇ ਗਿਆ। ਉਹ 9ਵੀਂ 'ਚ ਸੀ। ਉਹ ਮੈਨੂੰ ਇੱਕ ਵਾਰੀ ਸੁਣਾਉਂਦੇ, ਕਹਿੰਦੇ ਬਾਬਾ ਜੀ ਮੈਂ 9ਵੀਂ 'ਚ ਪੜ੍ਹਦੀ ਸੀ, 15 ਕੁ ਸਾਲਾਂ ਦੀ ਸੀ, ਮੇਰੀ ਕਹਿੰਦੇ ਮੌਤ ਹੋ ਗਈ। ਮੈਨੂੰ ਜੰਮ ਲੈ ਗਏ, ਰਾਹ 'ਚ ਮੈਨੂੰ ਕੁੱਟੀ ਗਏ, ਕਦੇ ਘਸੀਟਣ ਲੱਗ ਜਾਇਆ ਕਰਨ, ਕਦੇ ਲੱਤਾਂ ਤੋਂ ਫੜ ਕੇ ਘਸੀਟਣ, ਕਦੇ ਸਿਰ ਤੋਂ ਫੜ ਕੇ ਘਸੀਟਣ, ਕਦੇ ਤੱਤੀ ਜਿਹੜਾ ਰੇਤੇ 'ਤੇ, ਕਦੇ ਪੱਥਰਾਂ ਦੇ ਉੱਤੇ, ਕਦੇ ਝਾੜੀਆਂ ਤੋਂ ਉੱਤੋਂ ਦੀ ਲੰਘਾਉਣ ਮੈਨੂੰ। ਕਿ ਧਰਮਰਾਜ ਜਾਣ ਤੱਕ ਮੇਰਾ ਸਰੀਰ ਲਹੂ ਲੁਹਾਨ ਹੋ ਗਿਆ। ਪਰ ਮੈਂ ਕੀ ਵੇਖਦੀ ਹਾਂ ਕਿ ਮੇਰੇ ਖੱਬੇ ਅਤੇ ਸੱਜੇ ਵੀ ਲੋਕ ਜਾ ਰਹੇ ਹਨ। ਇੱਕ ਪਾਸੇ ਵਾਲਿਆਂ ਨੂੰ ਥਾਂ ਥਾਂ 'ਤੇ ਰੋਕ ਕੇ ਖੁਆਉਂਦੇ ਪਿਆਉਂਦੇ ਨੇ, ਸਤਿਕਾਰ ਕਰਦੇ ਨੇ। ਇੱਕ ਪਾਸੇ ਵਾਲੇ ਜਿਹੜੇ ਲੋਕ ਸਨ ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਵੈਸੇ ਜੰਮ ਲਈ ਜਾ ਰਹੇ ਨੇ। ਮੈਨੂੰ ਕਦੇ ਕੁੱਟਦੇ ਮਾਰਦੇ ਲੈ ਜਾਂਦੇ ਨੇ। ਮੈਂ ਕਿਹਾ ਵੇ ਭਾਈ ਇਹਨਾਂ ਨੂੰ ਤਾਂ ਕੁਛ ਕੋਈ ਕਹਿੰਦੇ ਨੇ, ਤੁਸੀਂ ਮੈਨੂੰ ਕੁੱਟੀ ਜਾਂਦੇ ਹੋ। ਕਹਿੰਦੇ ਆ ਜਿਹਨਾਂ ਦਾ ਸਵਾਗਤ ਹੋ ਰਿਹਾ ਨਾ, ਇਹਨਾਂ ਨਾਮ ਜਪਿਆ ਬੀਬੀ, ਇਹਨਾਂ ਸ਼ੁਭ ਕਰਮ ਕੀਤੇ, ਨਾਮ ਜਪਿਆ, ਇਸ ਲਈ ਥਾਂ ਥਾਂ 'ਤੇ ਨਾ ਸਵਾਗਤ ਹੁੰਦਾ ਹੈ। ਆ ਜਿਹੜੇ ਸੱਜੇ ਦੂਜੇ ਪਾਸੇ ਜਾ ਰਹੇ ਨਾ, ਇਹਨਾਂ ਨਾਮ ਤੇ ਨਹੀਂ ਜਪਿਆ ਪਰ ਇਹਨਾਂ ਨੇ ਸ਼ੁਭ ਕਰਮ ਕੀਤੇ ਨੇ, ਇਸ ਲਈ ਇਹਨੂੰ ਕੁਛ ਨਹੀਂ ਕਹਿੰਦੇ, ਵੈਸੇ ਲਈ ਜਾਂਦੇ ਨੇ। ਕੁਟਾਪਾ ਤੇ ਉਹਨਾਂ ਦਾ ਕਰਦੇ ਨੇ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਹੋਣ। ਉਹ ਸੋਚਦੀ ਹੈ ਵੀ ਮੈਂ ਤਾਂ ਜੇ 9ਵੀਂ 'ਚ ਪੜ੍ਹਦੀ ਹਾਂ, ਮੈਂ ਕਿਹੜੇ ਮਾੜੇ ਕੰਮ ਕਰਤੇ। ਕਹਿੰਦੇ ਮੈਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਮਾੜਾ ਕੰਮ ਹੀ ਕੋਈ ਨਹੀਂ ਕੀਤਾ। ਇਹ ਕਹਿੰਦੇ ਤੈਨੂੰ ਅੱਗੇ ਜਾ ਕੇ ਪਤਾ ਲੱਗੂਗਾ ਕੀਤਾ ਕਿ ਨਹੀਂ ਕੀਤਾ, ਜਦੋਂ ਉੱਥੇ ਰਜਿਸਟਰ ਦੇਖਣਗੇ। ਲੈ ਗਏ ਜੀ, ਧਰਮਰਾਜ ਦੇ ਪੇਸ਼ ਕੀਤਾ। ਜਦੋਂ ਰਜਿਸਟਰ ਦੇਖਿਆ ਉਹ ਕਹਿੰਦੇ ਓਹੋ ਉਹ ਤੁਸੀਂ ਗਲਤੀ ਕੀਤੀ ਹੈ, ਉਹ ਫਲਾਣੇ ਪਿੰਡ ਦੀ ਵੀਰ ਕੌਰ ਹੈ, ਉਹਨੂੰ ਫਟਾਫਟ ਲੈ ਕੇ ਆਓ, ਇਹਨੂੰ ਛੱਡ ਕੇ ਆਓ, ਕਿਤੇ ਮਗਰੋਂ ਫੂਕ ਨਾ ਦੇਣ। ਅਤੇ ਕਹਿੰਦਾ ਉਹ ਮੈਨੂੰ ਛੱਡ ਗਏ, ਮੈਂ ਜਿਉਂਦੀ ਹੋ ਗਈ। ਪਰ ਉੱਥੇ ਜਿਹੜਾ ਮੈਂ ਲਹੂ ਲਹਾਨ ਸੀ, ਮੈਂ ਆਪਣੇ ਸਰੀਰ ਨੂੰ ਵੇਖਣ ਲੱਗ ਗਈ। ਪਰ ਮੈਨੂੰ ਇਹ ਗਿਆਨ ਨਹੀਂ ਸੀ ਕਿ ਆਹ ਸਰੀਰ ਤਾਂ ਉੱਥੇ ਗਿਆ ਹੀ ਨਹੀਂ, ਇਹ ਤਾਂ ਬੈੱਡ 'ਤੇ ਪਿਆ। ਇਹਦੇ ਵਿੱਚੋਂ ਜਿਹੜਾ ਸਰੀਰ ਨਿਕਲਿਆ ਸੀ, ਸਜ਼ਾ ਤਾਂ ਉਸ ਨੂੰ ਮਿਲਦੀ ਰਹੀ। ਅਤੇ ਕਹਿੰਦੇ ਜਦੋਂ ਉਹਨੇ ਕਿਹਾ ਨਹੀਂ
ਤੁਸੀਂ ਗਲਤੀ ਕੀਤੀ ਹੈ, ਇਹਦੇ ਤਾਂ ਜੇ 50-60 ਸਾਲ ਪਏ ਨੇ ਹੋਰ, ਉਹ ਫਲਾਣੇ ਪਿੰਡ ਦੀ ਲੈ ਕੇ ਆਓ, ਚਲੋ ਛੱਡ ਕੇ ਇਸ ਨੂੰ। ਉਹਨੂੰ ਵਿਚਾਰੀ ਨੂੰ ਉਂਝ ਹੀ ਸਜ਼ਾ ਮਿਲ ਗਈ। ਮੈਂ ਦੇਖੋ ਧਰਮਰਾਜ ਤਾਂ ਗਲਤੀ ਹੋ ਗਈ। ਉਹ ਕਹਿੰਦੀ ਮੈਂ ਨਾ ਕਿਹਾ ਵੀ ਮੈਂ ਅਜੇ 9ਵੀਂ 'ਚ ਪੜ੍ਹਦੀ ਹਾਂ, ਮੈਂ ਤਾਂ ਕੋਈ ਪਾਪ ਨਹੀਂ ਕੀਤਾ, ਤੁਸੀਂ ਕਹਿੰਦੇ ਪਾਪ ਕੀਤਾ ਹੈ ਅਤੇ ਤੁਸੀਂ ਮੈਨੂੰ ਕੁੱਟੀ ਜਾਂਦੇ ਹੋ। ਕਹਿੰਦੇ ਅੱਗੇ ਜਾ ਕੇ ਪਤਾ ਲੱਗੂ। ਅੱਗੇ ਜਾ ਕੇ ਪਤਾ ਲੱਗਾ ਵੀ ਉਹ ਮੇਰੀ ਤਾਂ ਵਾਰੀ ਹੀ ਨਹੀਂ ਸੀ, ਵਾਰੀ ਤਾਂ ਦੂਜੀ ਦੀ ਸੀ, ਮੈਂ ਐਵੇਂ ਹੀ ਕੁੱਟ ਖਾ ਲਈ। ਪਰ ਫਿਰ ਉਹ ਉਸ ਨੂੰ ਦ੍ਰਿਸ਼ ਨੂੰ ਕਹਿੰਦੇ ਬਾਬਾ ਜੀ ਮੈਂ ਹੁਣ ਪਾਲਾ ਕੇ 50 ਸਾਲ ਦੀ ਹੋ ਗਈ ਹਾਂ, ਪਰ ਜਦੋਂ ਉਹ ਮੈਨੂੰ ਯਾਦ ਆ ਜਾਂਦੇ ਨਾ, ਕਹਿੰਦਾ ਹੁਣ ਵੀ ਮੇਰੇ ਲੂੰ ਕੰਡੇ ਖੜੇ ਹੋ ਜਾਂਦੇ। ਹਾਂ ਵੀ ਹੈ ਇੰਨੀ ਮੈਨੂੰ ਸਜ਼ਾ ਮਿਲੀ। ਫਿਰ ਸਾਡੇ ਉਹ ਉਹਨੇ ਪਾਠ ਸਿੱਖਿਆ, ਫਿਰ ਸਾਡੀ ਅਖੰਡ ਪਾਠਨ ਹੋ ਗਈ ਅਤੇ ਅਖੀਰਲੇ ਦਮ ਤੱਕ ਜਿਹੜੇ ਜਿੰਨਾ ਸਮੇਂ ਤੱਕ ਇੰਡੀਆ 'ਚ ਰਹੇ ਸੇਵਾ ਕਰਦੀ ਰਹੀ। ਬੀਬੀ ਜੀ ਦੀ ਖਾਸ ਸਹੇਲੀ ਸੀ ਉਹ। ਸੋ ਇਸ ਲਈ ਜਿਹੜਾ ਨਾਮ ਜਪਦਾ ਨਾ ਉਹਨੂੰ ਜਮ ਕੁਛ ਨਹੀਂ ਕਹਿੰਦੇ, ਜਿਹੜਾ ਸ਼ੁਭ ਕਰਮ ਕਰਦਾ ਉਹਨੂੰ ਵੀ ਕੁਛ ਨਹੀਂ ਕਹਿੰਦੇ। ਉਹ ਤਾਂ ਜਿਹੜੇ ਨਾਮ ਨਹੀਂ ਜਪਦੇ ਅਤੇ ਮਾੜੇ ਕੰਮ ਕਰਦੇ ਨੇ ਉਹਨਾਂ ਨੂੰ ਸਜ਼ਾਵਾਂ ਦਿੰਦੇ ਨੇ। ਇਸ ਲਈ ਭਾਈ ਨਾਮ ਜਪੀ ਜਾਣਾ, ਜਪੀ ਜਾਣਾ, ਜਿੰਨਾ ਵੀ ਸਮਾਂ ਮਿਲੇ ਉੜਦੇ ਬੈਠਦੇ ਤੁਰਦੇ ਫਿਰਦੇ। ਨਾਨਕ ਜੀ ਕਾ ਇਹ ਹੈ ਆਧਾਰ, ਇਹੀ ਸਾਡੇ ਜੀਵਨ ਦਾ, ਸਾਡੀ ਜਿੰਦ ਦਾ ਆਧਾਰ ਹੈ। ਵਾਰੀ 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 ਨਾਮ ਜਪੀ ਜਾਣਾ। ਉੱਤਮ ਸ਼ਲੋਕ ਸਾਧ ਕੇ ਬਚਨ, ਗੁਰੂ ਦੇ ਜਿਹੜੇ ਬਚਨ ਨੇ ਨਾ ਇਹ ਉੱਤਮ ਨੇ, ਇਹ ਉੱਤਮ ਸ਼ਲੋਕ ਨੇ। ਆ ਸਾਰੀ ਬਾਣੀ ਗੁਰੂ ਦੇ ਬਚਨ ਨੇ ਨਾ, ਇਹ ਉੱਤਮ ਬਾਣੀ ਹੈ, ਇਹ ਉੱਤਮ ਬਚਨ ਨੇ। ਅਮੁੱਲੀਕ, ਅਮੁੱਲ ਤਾਂ ਬਣੇ, ਅਮੁੱਲੀਕ ਲਾਲ ਇਹ ਰਤਨ। ਲਾਲ ਅਤੇ ਰਤਨ ਦੋਨੋਂ ਬਹੁਵਚਨ ਸ਼ਬਦ ਨੇ। ਜੇ ਲਾਲ ਪਿਛਲੇ ਨੰਨੇ ਦੇ ਪੈਰ 'ਚ ਔਂਕੜ ਲੱਗਾ ਹੁੰਦਾ ਤਾਂ ਇੱਕ ਹੀਰਾ ਹੋਣਾ ਸੀ, ਇੱਕ ਲਾਲ। ਰਤਨ ਜੇ ਨੰਨੇ ਦੇ ਔਂਕੜ ਦਾ ਉਹ ਵੀ ਇੱਕ ਰਤਨ ਹੋਣਾ ਸੀ। ਲਾਲ ਵੀ ਬਹੁਵਚਨ ਹੈ, ਰਤਨ ਵੀ ਬਹੁਵਚਨ ਹੈ, ਇਸ ਲਈ ਜਿਹੜਾ ਇਹ ਸ਼ਬਦ ਹੈ ਇਹ ਵੀ ਬਹੁਵਚਨ ਹੈ। ਈੜੀ ਨੂੰ ਸਿਆਰੀ, ਹਾਹੇ ਨੂੰ ਔਂਕੜ ਇਹ ਇੱਕ ਵਚਨ ਹੈ ਪੁਲਿੰਗ। ਈੜੀ ਨੂੰ ਸਿਆਰੀ, ਹਾਹਾ ਇਹ ਇੱਕ ਵਚਨ ਹੈ ਇਸਤਰੀ ਲਿੰਗ। ਈੜੀ ਨੂੰ ਲਾਂ, ਹਾਹੇ ਨੂੰ ਸਿਆਰੀ ਇਹ ਹੈ ਬਹੁਵਚਨ। ਸੋ ਜਿਹੜੇ ਗੁਰੂ ਦੇ ਬਚਨ ਨੇ, ਸਾਧੂ ਦੇ ਬਚਨ ਨੇ ਨਾ, ਅਮੁੱਲੀਕ, ਇਹਨਾਂ ਦਾ ਤਾਂ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਇਹ ਤੇ ਲਾਲ ਨੇ, ਇਹ ਤੇ ਹੀਰੇ ਨੇ, ਇਹ ਤੇ ਰਤਨ ਨੇ। ਬਾਣੀ ਦਾ ਇੱਕ ਸ਼ਬਦ ਇਤਨਾ ਕੀਮਤੀ ਹੈ, ਪਰ ਸਾਨੂੰ ਕੀਮਤ ਨਾ ਪਤਾ ਹੋਣ ਕਰਕੇ ਅਸੀਂ ਬਾਣੀ ਪੜ੍ਹਦੇ ਨਹੀਂ ਹੈਗੇ। ਹਰ ਇੱਕ ਨੂੰ ਕੀਮਤ ਨਹੀਂ ਪਤਾ ਹੁੰਦਾ। ਮਰਦਾਨਾ ਜੀ ਹੀ ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਨਾਮ ਜਪੋ, ਨਾਮ ਜਪੋ, ਇਹ ਲੋਕ ਨਾਮ ਕਿਉਂ ਨਹੀਂ ਜਪਦੇ? ਕਹਿੰਦੇ ਮਰਦਾਨਾ ਜੀ ਇਹਨਾਂ ਨੂੰ ਨਾਮ ਦੀ ਮਹਿਮਾ ਦਾ ਨਹੀਂ ਪਤਾ, ਇਹਨਾਂ ਨੂੰ ਕੀਮਤ ਹੀ ਨਹੀਂ ਪਤਾ, ਨਾਮ ਦੀ ਕੀਮਤ ਹੀ ਨਹੀਂ ਪਤਾ। ਸੰਤ ਮਸਕੀਨ ਜੀ ਕਹਿੰਦੇ ਕਿਸੇ ਮਹਾਤਮਾ ਨੇ ਮੈਨੂੰ ਇੱਕ ਮਾਲਾ ਦੇ ਦਿੱਤੀ, ਉਹਨੇ ਇਹ ਨਹੀਂ ਦੱਸਿਆ ਵੀ ਮਸਕੀਨ ਜੀ ਤਾਂ ਬਹੁਤ ਮਹਿੰਗੀ ਹੈ, ਧਿਆਨ ਨਾਲ ਰੱਖਿਓ। ਮੈਂ ਉਹ ਮਾਲਾ ਕਦੇ ਕਿਤੇ ਰੱਖਦੇ ਨਹੀਂ, ਕਦੇ ਕਿਤੇ ਰੱਖਦੇ ਨਹੀਂ, ਕਿਸੇ ਨੇ ਨਹੀਂ ਚੱਕੀ। ਕਾਫੀ ਦੇਰ ਮੇਰੇ ਕੋਲ ਰਹੀ। ਇੱਕ ਵਾਰੀ ਸੰਗਤ ਦੇ ਵਿੱਚ ਮੈਂ ਬੈਠਾ, ਇੱਕ ਹੋਰ ਮਹਾਤਮਾ ਆਇਆ, ਕਹਿੰਦਾ ਮਸਕੀਨ ਜੀ ਬੜੀ ਕੀਮਤੀ ਮਾਲਾ ਰੱਖੀ ਹੋਈ ਹੈ। ਕਹਿੰਦੇ ਭਾਈ ਸਾਨੂੰ ਤਾਂ ਪਤਾ ਨਹੀਂ ਹੈਗਾ। ਕਹਿੰਦੇ ਮਸਕੀਨ ਜੀ ਇਹ ਤਾਂ ਬਹੁਤ ਕੀਮਤੀ ਹੈ। ਲੋਕਾਂ ਨੇ ਸੁਣ ਲਿਆ, ਅਗਲੇ ਦਿਨ ਮਾਲਾ ਹੀ ਨਹੀਂ ਲੱਭੀ, ਕੋਈ ਚੱਕ ਲੈ ਗਿਆ। ਕਿਉਂ? ਕੀਮਤ ਦਾ ਪਤਾ ਲੱਗ ਗਿਆ। ਪਹਿਲਾਂ ਉਹਦਾ ਐਵੇਂ ਮਾਲਾ 10-15 ਰੁਪਏ ਦੀ ਹੋਏਗੀ, ਕਿਸੇ ਨੇ ਚੱਕੀ। ਜਦੋਂ ਕੀਮਤ ਦਾ ਪਤਾ ਲੱਗ ਗਿਆ ਵੀ ਮਾਲਾ ਬਹੁਤ ਕੀਮਤੀ ਹੈ, ਕਿ ਅਗਲੇ ਦਿਨ ਕੋਈ ਚੱਕ ਕੇ ਲੈ ਕੇ ਮੁੜ ਕੇ ਮੈਨੂੰ ਮਿਲੀ ਨਹੀਂ। ਇਸ ਲਈ ਗੁਰੂ ਨਾਨਕ ਮਰਦਾਨਾ ਜੀ ਇਹਨਾਂ ਨੂੰ ਕੀਮਤ ਦਾ ਹੀ ਨਹੀਂ ਪਤਾ। ਕਹਿਣ ਲੱਗਾ ਤੁਹਾਨੂੰ ਦੱਸਦਾ ਮੈਂ, ਗੁਰੂ ਮਹਾਰਾਜ ਨੇ ਪੈਰ ਦੇ ਅੰਗੂਠੇ ਨਾਲ ਮਿੱਟੀ ਫਿਰੋਲੀ, ਹੀਰਾ ਨਿਕਲਿਆ। ਕਹਿੰਦੇ ਲਓ ਮਰਦਾਨੇ ਹੀਰਾ ਲੈ ਜਾਓ। ਪਟਨਾ ਸਾਹਿਬ ਤੋਂ ਬੈਠੇ ਸਨ, ਉਹਨੂੰ ਜੌਹਰੀਆਂ ਕੋਲ ਜਾਓ, ਇਹਦੀ ਕੀਮਤ ਪੁਆਣੀ, ਸਿਰ ਵੇਚਣਾ ਨਹੀਂ, ਇਹਦੀ ਕੀਮਤ ਪੁਆਣੀ ਹੈ।
ਇੱਕ ਜੌਹਰੀ ਕੋਲ ਗਿਆ, ਰੁਪਈਆ 2 ਪਾਤੀ, ਕਿਸੇ ਨੇ 4 ਪਾਤੀ, 2 ਰੁਪਏ 3 ਰੁਪਏ 5 ਰੁਪਏ ਕੀਮਤ ਪਾਤੀ ਹੈ। ਇੱਕ ਬੰਦਾ ਕਹਿੰਦਾ ਭਾਈ ਜੇ ਤੂੰ ਹੀਰਾ ਵੇਚਣਾ ਨਾ ਤਾਂ ਤੂੰ ਜਿਹੜਾ ਹੈ ਫਲਾਣੇ ਜੌਹਰੀ ਕੋਲ ਜਾ, ਸਾਲਸਰਾਏ। ਸਾਲਸਰਾਏ ਸਭ ਤੋਂ ਵੱਡਾ ਜੌਹਰੀ ਹੈ, ਤੂੰ ਉਹਦੇ ਕੋਲ ਜਾ। ਉੱਥੇ ਚਲੇ ਗਿਆ। ਉਹਦਾ ਨੌਕਰ ਅਧਰੱਕਾ ਸੀ। ਕਹਿੰਦੇ ਆਓ ਜੀ ਮਹਾਤਮਾ ਜੀ ਕਿਵੇਂ ਕੱਪੜੇ ਸਨ ਸਾਧੂ ਵਾਲੇ। ਕਹੇ ਜੀ ਮੈਂ ਨਾ ਹੀਰਾ ਵੇਚਣਾ। ਹੁਣ ਦੇਖਿਆ ਆਖਰਕਾਰ ਜੌਹਰੀ ਦੇ ਨੌਕਰ ਸੀ, ਗਿਆਨ ਸੀ। ਹੁਣ ਦੇਖੇ ਤਾਂ ਬੜਾ ਹੀ ਕੀਮਤੀ ਹੈ। ਕਹਿੰਦੇ ਬੈਠੋ ਮਹਾਤਮਾ ਜੀ, ਮੈਂ ਮਾਲਕ ਨੂੰ ਸੱਦ ਕੇ ਲਿਆਉਣਾ। ਮਾਲਕ ਆ ਗਿਆ। ਮਾਰ ਕੇ ਜਦੋਂ ਹੀਰਾ ਵੇਖਿਆ ਨਾ, ਕਹਿੰਦਾ ਅਧਰੱਕੇ ਇੱਕ ਥਾਲੀ ਲਿਆ, ਇੱਕ ਰੁਮਾਲ ਲੈ ਕੇ ਆ, 100 ਮੋਹਰਾਂ ਲੈ ਕੇ ਆ। ਉਦੋਂ ਰੁਪਈਏ ਨਹੀਂ ਸੀ ਹੁੰਦੇ, ਰੁਪਈਆ ਰੂਪੀ। ਇਹ ਰੂਪੀ ਹੈ। ਰੂਪੀ ਦਾ ਸ਼ਬਦੀ ਅਰਥ ਚਾਂਦੀ। ਪਹਿਲਾਂ ਚਾਂਦੀ ਦੇ ਰੁਪਈਏ ਹੁੰਦੇ ਸੀ, ਉੱਥੋਂ ਫਿਰ ਰੂਪੀ ਤੋਂ ਫਿਰ ਰੁਪਈਆ ਬਣ ਗਿਆ। ਚਾਂਦੀ ਦੇ ਹੁਣ ਕਰਕੇ ਰੂਪੀ ਰੁਪਈਆ ਕਹਿੰਦੇ ਸੀ। ਖੈਰ ਲੈ ਸਾਲਸਰਾਏ ਨੇ ਉਹ ਹੀਰਾ ਥਾਲੀ 'ਚ ਰੱਖਿਆ, 100 ਮੋਹਰਾਂ ਰੱਖੀਆਂ ਨੇ, ਉੱਤੇ ਰੁਮਾਲ ਦਿੱਤਾ ਅਤੇ ਮੱਥਾ ਟੇਕਿਆ। ਮਰਦਾਨਾ ਜੀ ਕਹਿੰਦੇ ਇਹਨੇ ਪਾਈ ਹੈ ਕੀਮਤ 100 ਰੁਪਈਆ। ਬੜਾ ਖੁਸ਼ ਹੈ। ਸਾਲਸਰਾਏ ਕਹਿੰਦੇ ਮਹਾਤਮਾ ਜੀ ਇਹ ਨਾ ਹੀਰਾ ਬਹੁਤ ਜ਼ਿਆਦਾ ਕੀਮਤੀ ਹੈ, ਮੈਂ ਇਹਦੀ ਕੀਮਤ ਨਹੀਂ ਪਾ ਸਕਦਾ ਇਕੱਲਾ। ਕਹਿੰਦੇ ਫਿਰ 100 ਰੁਪਇਆ। ਕਹਿੰਦੇ ਕੀਮਤ ਨਹੀਂ ਇਸ ਦੀ, ਜਿਸ ਤੋਂ ਮੈਂ ਇਹ ਸੁਨਿਆਰਾ ਜੌਹਰੀ ਦਾ ਕੰਮ ਸਿੱਖਿਆ ਨਾ, ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਜਦੋਂ ਬਹੁਤ ਕੀਮਤੀ ਹੀਰਾ ਵੇਖੇ 100 ਰੁਪਈਏ ਮੱਥਾ ਟੇਕਣਾ। ਇਹ ਤਾਂ ਸਿਰਫ ਕਿ ਦਰਸ਼ਨੀ ਭੇਟ ਹੈ। ਜਿਵੇਂ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ, ਰੁਪਈਆ 2 ਰੁਪਈਏ 10 ਰੁਪਏ ਮੱਥਾ ਟੇਕਦੇ, ਉਹ ਦਰਸ਼ਨਾਂ ਦਾ ਵੀ ਸੱਚੇ ਪਾਤਸ਼ਾਹ ਤੇਰੀ ਕਿਰਪਾ, ਤੇਰੇ ਦਰਸ਼ਨ ਹੋਏ ਨੇ। ਸਾਧੂਆਂ ਦੇ ਵੀ ਦਰਸ਼ਨ ਕਰਨ ਜਾਂਦੇ ਲੋਕ, ਕਦੇ ਖਾਲੀ ਹੱਥ ਨਹੀਂ ਜਾਂਦੇ। ਕੋਈ ਮਠਿਆਈ ਦਾ ਡੱਬਾ ਲੈ ਕੇ ਜਾ ਰਿਹਾ, ਕੋਈ 5-10 ਰੁਪਏ ਆਪਣੀ ਸਮਰੱਥਾ ਅਨੁਸਾਰ ਲੈ ਕੇ ਜਾਈਦਾ, ਕੋਈ ਫੁੱਲਾਂ ਦਾ ਹਾਰ ਹੀ ਲੈ ਕੇ ਜਾ ਰਿਹਾ। ਕੁਛ ਲੈ ਕੇ ਜਾਓ। ਜਦੋਂ ਗੁਰੂ ਜਾਂ ਕਿਸੇ ਸਾਧੂ ਨੂੰ ਮਿਲੇ ਖਾਲੀ ਹੱਥ ਨਹੀਂ ਜਾਈਦਾ, ਕੁਛ ਨਾ ਕੁਛ ਭੇਟਾ ਦੇ ਤੌਰ 'ਤੇ ਲੈ ਕੇ ਜਾਂਦਾ ਵੀ ਹੇ ਮਹਾਤਮਾ ਜੀ ਮੇਰੇ ਵੱਡੇ ਭਾਗ ਤੁਹਾਡੇ ਅੱਜ ਦਰਸ਼ਨ ਮੈਨੂੰ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਮੇਰੇ ਵੱਡੇ ਭਾਗ ਨੇ, ਮੈਨੂੰ ਤੁਹਾਡੇ ਦਰਸ਼ਨ ਹੋਏ ਨੇ। ਉਹ ਦਰਸ਼ਨੀ ਭੇਟ ਹੁੰਦੀ ਹੈ। ਕਹਿੰਦਾ ਜੇ ਤੁਸੀਂ ਵੇਚ ਰਹੇ ਨਾ, ਮੈਂ ਸਾਰੇ ਆਲੇ ਦੁਆਲੇ ਦੇ ਜੌਹਰੀ ਸੱਦਾਂਗਾ, ਜਿੰਨੀ ਉਹ ਕੀਮਤ ਪਾ ਦੇਣਗੇ, ਜੇ ਉਨੇ ਪੈਸੇ ਮੇਰੇ ਕੋਲ ਹੋਏ ਫਿਰ ਮੈਂ ਹੀਰਾ ਖਰੀਦ ਲਾਂਗਾ, ਨਹੀਂ ਤਾਂ ਤੁਸੀਂ ਆਪਣਾ ਹੀਰਾ ਲੈ ਜਾਓ। ਕਹਿੰਦੇ ਆ ਲਓ ਹੀਰਾ ਵੀ ਲੈ ਜਾਓ ਅਤੇ ਆ ਮਾਇਆ ਵੀ ਲੈ ਜਾਓ। ਫਿਰ ਮਰਦਾਨਾ ਜੀ ਜਾ ਕੇ ਸਾਰੀ ਸੁਣਾਈ। ਕਹਿੰਦੇ ਮਰਦਾਨਾ ਜੀ ਇੱਕ ਬੰਦੇ ਨੂੰ ਪਤਾ ਸੀ ਇਸ ਹੀਰੇ ਦੀ ਕੀਮਤ ਦਾ, ਜਿਹਨੂੰ ਪਤਾ ਸੀ ਉਹਨੇ ਕੀਮਤ ਪਾਈ ਹੈ ਨਾ, ਬਾਕੀ ਨੂੰ ਪਤਾ ਹੀ ਨਹੀਂ ਸੀ, ਉਹਨੇ ਕੀਮਤ ਹੀ ਨਹੀਂ ਪਾਈ। ਇਸ ਲਈ ਮਰਦਾਨਾ ਜੀ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਨਾਮ ਦੀ ਕੀਮਤ ਕਿੰਨੀ ਹੈ। ਜਦੋਂ ਕੀਮਤ ਦਾ ਪਤਾ ਲੱਗੇਗਾ ਫਿਰ ਇਹ ਨਾਮ ਜਪਣਗੇ। ਬਾਣੀ ਥਾਂ ਥਾਂ 'ਤੇ ਨਾਮ ਦੀ ਬਾਣੀ ਦੀ ਕੀਮਤ ਦੱਸਦੀ ਹੈ। ਜੇ ਤੁਸੀਂ ਬਾਣੀ ਪੜ੍ਹੋਗੇ ਤੁਹਾਨੂੰ ਆਹ ਮਿਲੇਗਾ, ਜੇ ਤੁਸੀਂ ਨਾਮ ਜਪੋਗੇ ਤੁਹਾਨੂੰ ਆਹ ਮਿਲੇਗਾ। ਹਰ ਬੰਦਾ ਕੋਈ ਕੰਮ ਕਰਦਾ ਵੀ ਉਹਦੇ ਬਦਲੇ ਮੈਨੂੰ ਕੁਛ ਮਿਲੇ, ਉਹਦੇ ਬਦਲੇ ਮੈਨੂੰ ਕੁਛ ਮਿਲੇ। ਅਤੇ ਫਿਰ ਜਿਹੜਾ ਹੈ ਜਦੋਂ ਅਸੀਂ ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਉਹਦੇ ਬਦਲੇ ਸਾਨੂੰ ਬਹੁਤ ਕੁਛ ਮਿਲੇਗਾ, ਬਹੁਤ ਕੁਛ ਮਿਲੇਗਾ। ਸਾਡੀ ਗਰੀਬੀ ਦੂਰ ਹੋ ਜਾਏਗੀ, ਸਾਡੇ ਦੁੱਖ ਦੂਰ ਹੋ ਜਾਣਗੇ, ਸਾਡੇ ਕੀਤੇ ਹੋਏ ਪਾਪਾਂ ਦਾ ਨਾਸ ਹੋ ਜਾਏਗਾ, ਬੜਾ ਕੁਛ ਮਿਲੇਗਾ ਬਾਣੀ ਪੜ੍ਹ ਕੇ, ਨਾਮ ਜਪ ਕੇ। ਇਸ ਲਈ ਭਾਈ ਬਾਣੀ ਪੜ੍ਹਿਆ ਕਰੋ, ਨਾਮ। ਇਹ ਨਾ ਗੁਰੂ ਦੇ ਉੱਤਮ ਬਚਨ ਨੇ, ਉੱਤਮ ਸ਼ਲੋਕ ਸਾਧ ਕੇ ਬਚਨ। ਗੁਰੂ ਦੇ ਜਿਹੜੇ ਬਚਨ ਹੁੰਦੇ ਨੇ ਇਹ ਉੱਤਮ ਹੁੰਦੇ ਨੇ। ਮੁੱਲ ਲੀਕ ਲਾਲ ਰਤਨ, ਇਹ ਐਸੇ ਕੀਮਤੀ ਰਤਨ ਨੇ ਕਿ ਇਹਨਾਂ ਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਇਹ ਲਾਲ, ਇਹ ਰਤਨਾਂ ਦੀ ਤਰ੍ਹਾਂ ਨੇ। ਇੱਕ ਇੱਕ ਸ਼ਬਦ ਬਾਣੀ ਦਾ ਐਂ ਸ਼ਬਦ ਹੈ, ਬਾਣੀ ਦਾ ਇੱਕ ਸ਼ਬਦ ਹੀਰਾ ਹੈ, ਹੀਰੇ ਜਿੰਨੀ ਕੀਮਤ ਰੱਖਦਾ ਹੈ। ਬਾਣੀ ਦੀ ਤਾਂ ਇੱਕ ਪੰਕਤੀ ਸਿਰਫ ਤੁਸੀਂ ਲੈ ਲਓ, ਉਸ ਲਾਈਨ ਦੇ ਵਿੱਚ ਜੋ ਕਿਹਾ ਗਿਆ ਉਸ ਲਾਈਨ ਨੂੰ ਰਿਪੀਟ ਕਰਦੇ ਰਹੋ। ਜੇ ਵਾਹਿਗੁਰੂ 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 ਕਰਦੇ, ਕਿਸੇ ਇੱਕ ਲਾਈਨ ਨੂੰ ਤੁਸੀਂ ਰਿਪੀਟ ਕਰਦੇ ਰਹੋ, ਕਰਦੇ ਰਸਾਲਾ ਬੱਧੀ
ਜੋ ਉਸ ਲਾਈਨ 'ਚ ਲਿਖਿਆ ਉਹੀ ਤੁਹਾਨੂੰ ਪ੍ਰਾਪਤ ਹੋ ਜਾਏਗਾ, ਉਹੀ ਤੁਹਾਨੂੰ ਪ੍ਰਾਪਤ ਹੋ ਜਾਏਗਾ। ਲਿਖਿਆ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਵੀ ਪਰਮਾਤਮਾ ਦਾ ਸਿਮਰਨ ਕਾ ਰਿੱਧੀਆਂ ਸਿੱਧੀਆਂ ਮਿਲਦੀਆਂ, ਪ੍ਰਾਪਤ ਹੁੰਦੀਆਂ, ਮਾਇਆ ਮਿਲਦੀ ਹੈ, ਆਤਮਿਕ ਸ਼ਕਤੀਆਂ ਮਿਲਦੀਆਂ ਨੇ। ਇਹੀ ਲਾਈਨ ਪੜ੍ਹੀ ਚੱਲ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਕੁਝ ਸਾਲਾਂ 'ਚ ਤੁਹਾਡੀ ਗਰੀਬੀ ਖਤਮ ਹੋ ਜਾਏ, ਤੁਸੀਂ ਅਮੀਰ ਹੋਣਾ ਸ਼ੁਰੂ ਹੋ ਜਾਓਗੇ। ਇਸ ਇੱਕ ਲਾਈਨ 'ਚ ਇੰਨੀ ਤਾਕਤ ਹੈ। ਅਤੇ 1430 ਅੰਗਾਂ 'ਚ ਕਿਤਨੀਆਂ ਪੰਕਤੀਆਂ ਨੇ, ਅਤੇ ਸਾਰੇ ਗੁਰੂ ਗ੍ਰੰਥ ਦਾ ਕਿਤਨਾ ਮਹਾਤਮਕ ਹੈ, ਤੁਸੀਂ ਆਪ ਅੰਦਾਜ਼ਾ ਲਾ ਲਓ। ਇੱਕ ਇੱਕ ਪੰਕਤੀ ਦੇ ਵਿੱਚ ਇੰਨੀ ਸ਼ਕਤੀ ਹੈ, ਅਤੇ ਸਾਰੇ ਗੁਰੂ ਗ੍ਰੰਥ ਦੇ ਵਿੱਚ ਕਿੰਨੀ ਹੋਏਗੀ, ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਇਸ ਲਈ ਗੱਲ ਤਾਂ ਕਰਨ ਦੀ ਹੈ, ਜਿਹੜੀ ਗੱਲ ਪੱਲੇ ਬਹਿ ਜਾਏ ਨਾ ਬਸ ਫਿਰ ਲੱਗ ਜੀ ਦਿੰਦਾ। ਹੁਣ ਕਹਿੰਦੇ ਕਮਰ ਕੱਸੇ ਕੱਸ ਕੇ ਲੱਗ ਜਾਣਾ ਫਿਰ ਬਸ ਸੋਚਣਾ ਨਹੀਂ ਕੱਲ੍ਹ ਤੋਂ ਕਰਾਂਗਾ, ਪਰਸੋਂ ਤੋਂ ਕਰਾਂਗਾ, ਬਸ ਜਦੋਂ ਆ ਜਾਏ ਉਹਦੇ ਸ਼ੁਰੂ ਕਰ ਲੈਣਾ। ਸੁਨਤ, ਜਿਹੜਾ ਇਹਨਾਂ ਬਚਨਾਂ ਨੂੰ ਸੁਣੇਗਾ, ਕਮਾਵਤ, ਜਿਹੜਾ ਇਹਨਾਂ ਬਚਨਾਂ ਦੇ ਅਨੁਸਾਰ ਜੀਵਨ ਜੀਵੇਗਾ। ਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਨਾ, ਜਿਹੜੀ ਸਿੱਖਿਆ ਦਿੰਦੀ ਹੈ ਉਸ ਦੇ ਅਨੁਸਾਰ ਜੀਵਨ ਜਿਉਣਾ। ਸਿੱਖਿਆ ਬਚਨਾਂ ਨੂੰ ਸੁਣਨਾ, ਬਚਨਾਂ ਨੂੰ ਕਮਾਉਣਾ। ਸੁਨਤ ਕਮਾਵਤ ਹੋਤ ਉਧਾਰ, ਉਧਾਰ ਦਾ ਭਲਾ ਹੋ ਜਾਣਾ, ਪਾਰ ਉਤਾਰਾ ਹੋ ਜਾਣਾ। ਜਿਹੜਾ ਬਾਣੀ ਨੂੰ ਸੁਣਦਾ, ਜਿਹੜਾ ਬਾਣੀ ਦੇ ਅਨੁਸਾਰ ਜੀਵਨ ਜਿਉਂਦਾ, ਬਾਣੀ ਦੀ ਕਮਾਈ ਕਰਦਾ, ਉਹਦਾ ਭਲਾ ਹੋ ਜਾਂਦਾ, ਉਹਦਾ ਪਾਰ ਉਤਾਰਾ ਹੋ ਜਾਂਦਾ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਨਿਰੀ ਬਾਣੀ ਸੁਣਨੀ, ਪੜ੍ਹਨੀ, ਗਾਉਣੀ, ਵਿਚਾਰਨੀ ਨਹੀਂ, ਕਮਾਉਣੀ ਵੀ ਹੈ। ਬਾਣੀ ਦਾ ਪ੍ਰੈਕਟੀਕਲ ਕਰਨਾ। ਠੀਕ ਹੈ, ਬਾਣੀ ਪੜ੍ਹਨਾ ਕੋਈ ਔਖਾ ਕੰਮ ਨਹੀਂ, 5.5 ਮਹੀਨੇ 'ਚ ਅਸੀਂ ਸਿਖਾ ਦਿੰਦੇ। ਕੀਰਤਨ ਕਰਨਾ ਵੀ ਔਖਾ, ਜੇ ਤੁਹਾਨੂੰ ਪਰਮਾਤਮਾ ਨੇ ਆਵਾਜ਼ ਅੱਛੀ ਦਿੱਤੀ ਹੈ, 6 ਮਹੀਨੇ ਤੁਸੀਂ ਵਾਜਾ ਵਜਾ ਤੁਹਾਨੂੰ ਕੀਰਤਨ ਕਰਨਾ ਆ ਜਾਏਗਾ। ਕਥਾ ਕਰਨਾ ਵੀ ਬਹੁਤਾ ਕੋਈ ਔਖਾ ਨਹੀਂ, 3-4 ਸਾਲ ਲਾ ਕੇ ਤੁਸੀਂ ਕਥਾ ਵੀ ਕਰ ਸਕਦੇ ਹੋ। ਪਰ ਜਿਹੜਾ ਕਮਾਉਣਾ ਹੈ ਇਹ ਸਭ ਤੋਂ ਔਖਾ ਹੈ, ਇਹ ਸਭ ਤੋਂ ਔਖਾ ਹੈ। ਇਸ ਲਈ ਨਿਰਾ ਸੁਣਨਾ ਨਹੀਂ, ਨਿਰਾ ਸੁਣਾਉਣਾ ਨਹੀਂ, ਨਿਰੀ ਬਾਣੀ ਪੜ੍ਹਨੀ ਨਹੀਂ। ਠੀਕ, ਇਹਨਾਂ ਦਾ ਆਪਣਾ ਮਹਾਤਮ ਹੈ। ਇਹ ਨਹੀਂ ਕਿ ਸੁਣਨ ਦਾ ਕੋਈ ਲਾਭ ਨਹੀਂ ਹੈ, ਨਹੀਂ, ਸੁਣਨ ਦਾ ਆਪਣਾ ਲਾਭ ਹੈ, ਪੜ੍ਹਨ ਦਾ ਆਪਣਾ ਲਾਭ ਹੈ, ਗਾਉਣ ਦਾ ਆਪਣਾ ਲਾਭ ਹੈ, ਕਥਾ ਵਿਚਾਰ ਦਾ ਆਪਣਾ ਲਾਭ ਹੈ। ਪਰ ਜੋ ਅਸਲ ਲਾਭ ਹੈ ਜੀਵਨ ਜਿਉਣਾ, ਜੋ ਗੁਰਬਾਣੀ ਪੜ੍ਹੀ ਉਹਦੇ ਅਨੁਸਾਰ ਜੀਵਨ ਜਿਉਣਾ, ਜਿਹੜਾ ਨਾ ਇਹ ਸਭ ਤੋਂ ਉੱਤਮ ਹੈ। ਇਸ ਲਈ ਕਹਿੰਦੇ ਜਿਹੜਾ ਬਾਣੀ ਸੁਣਦਾ, ਬਾਣੀ ਦੀ ਕਮਾਈ ਕਰਦਾ ਹੈ, ਉਹਦਾ ਭਲਾ ਹੋ ਜਾਂਦਾ, ਉਹਦਾ ਪਾਰ ਉਤਾਰਾ ਹੋ ਜਾਂਦਾ। ਫਿਰ ਇਹੋ ਜਿਹਾ ਬੰਦਾ ਕੀ ਕਰਦਾ, ਆਪ ਤਰੈ, ਆਪ ਇਸ ਭਵ ਸਾਗਰ ਨੂੰ ਤਰਦਾ ਹੈ। ਲੋਕ ਕਹਿ ਨਿਸਤਾਰ, ਅਤੇ ਲੋਕਾਂ ਦਾ ਵੀ ਭਲਾ ਕਰਦਾ, ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ। ਆਪ ਤਰਦਾ ਅਤੇ ਦੂਜਿਆਂ ਨੂੰ ਵੀ ਤਾਰਦਾ ਹੈ, ਕਿਉਂਕਿ ਜਿਹੜਾ ਆਪ ਤਰਦਾ ਉਹੀ ਦੂਜਿਆਂ ਨੂੰ ਤਰਨਾ ਸਿਖਾ ਸਕਦਾ ਹੈ। ਹੁਣ ਮੇਰੇ ਵਰਗੇ ਦੀ ਡਿਊਟੀ ਆ ਜੀ, ਇਹਨਾਂ ਨੂੰ ਤਰਨਾ ਸਿਖਾਓ, ਮੈਂ ਤਾਂ ਆਪ ਹੀ ਨਹੀਂ ਤਰਨਾ ਸਿੱਖਿਆ। ਮੈਂ ਆਪ ਜੇ ਛੱਪੜਾਂ 'ਚ, ਪਿੰਡਾਂ ਛੱਪੜਾਂ 'ਚ ਜਾਂ ਨਹਿਰਾਂ 'ਚ ਸੂਆਂ 'ਚ ਤਰਨਾ ਸਿੱਖਦਾ ਤਾਂ ਮੈਨੂੰ ਆ ਜਾਂਦਾ। ਮੈਂ ਆਪ ਹੀ ਨਹੀਂ ਤਰਨਾ ਸਿੱਖਿਆ, ਮੈਂ ਕਿਸੇ ਨੂੰ ਕੀ ਸਿਖਾ ਸਕਦਾ ਤੈਰਾਕੀ। ਜਿਹਨੇ ਕਮਾਈ ਕੀਤੀ ਹੈ ਬਾਣੀ ਦੀ, ਉਹ ਫਿਰ ਆਪ ਤਰਦਾ ਅਤੇ ਦੂਜਿਆਂ ਨੂੰ ਵੀ ਤਰਦਾ ਹੈ। ਸਫਲ ਜੀਵਨ ਸਫਲਤਾ ਕਾ ਸੰਗ, ਜਿਹੜਾ ਇਸ ਬਾਣੀ ਦੀ ਕਮਾਈ ਕਰਦਾ ਉਹਦਾ ਜੀਵਨ ਸਫਲਾ ਹੈ, ਉਹਦਾ ਸਫਲ ਹੈ। ਇੱਕ ਉਹਦਾ ਨਿਸਫਲ, ਤੁਸੀਂ ਕੋਈ ਮਿਹਨਤ ਕੀਤੀ ਉਹਨੂੰ ਫਲ ਹੀ ਨਹੀਂ ਲੱਗਿਆ, ਮਿਹਨਤ ਨਿਸਫਲ ਗਈ। ਇੱਕ ਤੁਸੀਂ ਮਿਹਨਤ ਕੀਤੀ ਤੁਹਾਨੂੰ ਫਲ ਮਿਲ ਗਿਆ, ਉਹ ਸਫਲ ਹੀ ਹੋ ਗਈ ਮਿਹਨਤ, ਮਿਹਨਤ ਸਫਲ ਹੀ ਹੋ ਗਈ। ਸੋ ਕਹਿੰਦੇ ਨੇ ਸਫਲ ਜੀਵਨ ਸਫਲਤਾ ਕਾ ਸੰਗ, ਉਹਦਾ ਆਪਣਾ ਜੀਵਨ ਵੀ ਸਫਲ, ਅਤੇ ਜਿਹੜਾ ਉਹਦੀ ਸੰਗਤ ਕਰਦਾ ਉਹਦਾ ਜੀਵਨ ਵੀ ਸਫਲ। ਸਫਲ ਜੀਵਨ ਸਫਲਤਾ ਕਾ ਸੰਗ, ਉਹਦਾ ਆਪਣਾ ਜੀਵਨ ਵੀ ਸਫਲ ਹੈ, ਅਤੇ ਜਿਹੜਾ ਉਹਦੀ ਸੰਗਤ ਕਰਦਾ ਉਹਦਾ ਜੀਵਨ ਵੀ ਸਫਲ ਹੈ। ਜਾ ਕੇ ਮਨ ਲਾਗਾ ਹਰ ਰੰਗ, ਕਿਹਦਾ ਜੀਵਨ ਸਫਲ ਹੋਏਗਾ,
ਜਾ ਕਹਿ ਜਿਸ ਦੇ ਮਨ ਮਨ ਵਿੱਚ ਲਾਗਾ ਲੱਗ ਗਿਆ, ਹਰ ਹਰੀ ਦਾ ਰੰਗ ਪਿਆਰ। ਜਿਹਦੇ ਮਨ 'ਚ ਰੱਬੀ ਪਿਆਰ ਪੈਦਾ ਹੋ ਗਿਆ ਹੈ, ਜਿਹਦੇ ਮਨ 'ਚ ਰੱਬੀ ਪਿਆਰ ਪੈਦਾ ਹੋ ਗਿਆ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ, ਅਤੇ ਜਿਹੜਾ ਉਹਦੀ ਸੰਗਤ ਕਰਦਾ ਉਹ ਵੀ ਸਫਲ ਹੋ ਜਾਂਦਾ ਹੈ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ। ਜਦੋਂ ਅਸੀਂ ਨਾਮ ਜਪੀ ਜਾਵਾਂਗੇ, ਬਾਣੀ ਪੜ੍ਹੀ ਜਾਵਾਂਗੇ, ਉਹਦੇ ਅਨੁਸਾਰ ਜੀਵਨ ਜਿਵੇਂ ਜਾਵਾਂਗੇ, ਫਿਰ ਕੀ ਹੋਏਗਾ? ਫਿਰ ਕੀ ਹੋਏਗਾ? ਪ੍ਰਭ ਗਾਜੈ। ਗਾਜੈ ਮੇਰੇ ਗੱਜਣਾ, ਭਾਵ ਪ੍ਰਗਟ ਹੋਣਾ। ਪਰਮਾਤਮਾ ਸਾਡੇ ਅੰਦਰ ਪ੍ਰਗਟ ਹੋ ਜਾਏਗਾ। ਫਿਰ ਕੀ ਹੋਏਗਾ? ਜਦ ਪ੍ਰਗਟ ਹੋਏਗਾ ਫਿਰ ਹੋਏਗਾ ਜੈ ਜੈ ਸ਼ਬਦ ਅਨਾਹਦ ਵਾਜੇ। ਅੰਦਰ ਅਨਹਦ ਨਾਦ ਦੇ ਵਾਜੇ ਵੱਜਣ ਲੱਗ ਜਾਣਗੇ, ਰੱਬੀ ਸੰਗੀਤ ਸੁਣਨਾ ਸ਼ੁਰੂ ਹੋ ਜਾਏਗਾ। ਜਿਵੇਂ ਤੁਸੀਂ ਆਰਕੈਸਟਰਾ ਸੁਣਦੇ ਹੋ, ਉਸ 'ਚ ਕਈ ਪ੍ਰਕਾਰ ਦਾ ਸੰਗੀਤ ਵੱਜ ਰਿਹਾ ਹੁੰਦਾ ਹੈ, ਇਸ ਤਰ੍ਹਾਂ ਅਨਹਦ ਨਾਦ ਹੈ, ਅੰਦਰ ਵੀ ਆਰਕੈਸਟਰਾ ਹੋ ਰਿਹਾ ਰੱਬੀ ਸੰਗੀਤ ਦਾ। ਉਹ ਜਦੋਂ ਸੁਣਦਾ ਨਾ, ਫਿਰ ਕੀ ਹੁੰਦਾ? ਸੁਣ ਸੁਣ ਆਨੰਦ ਕਰੇ। ਮਨੁੱਖ ਉਸ ਅਨਹਦ ਨਾਦ ਨੂੰ ਸੁਣ ਕੇ ਆਨੰਦ 'ਚ ਆ ਜਾਂਦਾ ਹੈ। ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਅੰਦਰ ਅਨਹਦ ਨਾਦ ਸੁਣਨਾ ਸ਼ੁਰੂ ਹੋ ਜਾਂਦਾ ਹੈ। ਉਹ ਐਸਾ ਮਿੱਠਾ ਸੰਗੀਤ ਹੈ ਕਿ ਉਹਨੂੰ ਸੁਣ ਕੇ ਮਨ ਆਨੰਦਿਤ ਹੋ ਜਾਂਦਾ ਹੈ। ਸੋ ਨਾਮ ਜਪਣ ਨਾਲ ਅੰਦਰ ਪਰਮਾਤਮਾ ਪ੍ਰਗਟ ਹੋ ਜਾਏਗਾ। ਅਤੇ ਪਰਮਾਤਮਾ ਨੂੰ ਪ੍ਰਗਟ ਹੀ ਕਰਨਾ ਹੈ ਤੇ ਉਹ ਅੰਦਰ ਹੀ, ਪਰ ਉਹ ਗੁਪਤ ਰੂਪ ਵਿੱਚ ਹੈ ਅੰਦਰ ਹੀ, ਪਰ ਉਹ ਗੁਪਤ ਰੂਪ ਵਿੱਚ ਹੈ। ਉਹਨੂੰ ਪ੍ਰਗਟ ਕਰ ਲਾਂਗੇ, ਫਿਰ ਦੇਖਿਓ ਕਿਆ ਕੁਛ ਪ੍ਰਾਪਤ ਹੁੰਦਾ। ਲੱਕੜ ਦੇ ਵਿੱਚ ਅੱਗ ਗੁਪਤ ਰੂਪ 'ਚ ਹੈ, ਅਸੀਂ ਉਹਦਾ ਕੋਈ ਫਾਇਦਾ ਨਹੀਂ ਉਠਾ ਸਕਦੇ। ਜਦ ਉਹਨੂੰ ਪ੍ਰਗਟ ਕਰ ਲਿਆ, ਦੇਖੋ ਹੁਣ ਅੱਗ ਤੋਂ ਕਿੰਨੇ ਫਾਇਦੇ ਹੋ ਗਏ ਨੇ। ਧਰਤੀ ਹੇਠਾਂ ਪਾਣੀ ਹੈ ਪਰ ਪਤਾ ਨਹੀਂ ਸੀ, ਜਦੋਂ ਪ੍ਰਗਟ ਕਰ ਲਿਆ ਖੂਹ ਲੱਗ ਗਏ, ਟਿਊਬਵੈੱਲ ਲੱਗ ਗਏ, ਕਿੰਨਾ ਕੁਛ ਹੋ ਗਿਆ ਹੈ। ਸਾਡੇ ਅੰਦਰ ਪਰਮਾਤਮਾ ਹੈ ਪਰ ਗੁਪਤ ਰੂਪ ਵਿੱਚ ਹੈ, ਅਸੀਂ ਉਸ ਤੋਂ ਲਾਭ ਨਹੀਂ ਉਠਾ ਰਹੇ। ਜਦ ਅਸੀਂ ਪ੍ਰਗਟ ਕਰ ਲਾਂਗੇ, ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਕਿਉਂ? ਦਾਤਾ ਹੀ ਸਾਡੇ ਕੋਲ ਆ ਗਿਆ। ਜਦੋਂ ਦਾਤਾ ਹੀ ਮਿਲ ਗਿਆ, ਦਾਤਾ ਤਾਂ ਆਪੇ ਹੀ ਮਿਲ ਜਾਣਗੇ। ਜਦੋਂ ਦਾਤਾ ਹੀ ਮਿਲ ਗਿਆ, ਫਿਰ ਦਾਤਾ ਤਾਂ ਆਪਣੇ ਆਪ ਹੀ ਮਿਲ ਜਾਣਗੇ, ਤਾਂ ਮੰਗਣ ਦੀ ਲੋੜ ਹੀ ਨਹੀਂ ਰਹਿਣੀ ਹੈ। ਕੈਸੇ? ਉਹਨੂੰ ਪ੍ਰਗਟ ਕਰ ਲਿਆ, ਹੁਣ ਅਸੀਂ ਉਸ ਤੋਂ ਫਾਇਦਾ ਉਠਾਉਂਦੇ। ਜਦੋਂ ਪ੍ਰਗਟ ਕਰ ਲਾਂਗੇ, ਫਿਰ ਜੋ ਕਹੋਗੇ ਰੱਬ ਉਸ ਤਰ੍ਹਾਂ ਕਰੀ ਜਾਏਗਾ। ਤਰਲੋਚਨ ਪੰਡਤ ਨੇ ਧੰਨੇ ਭਗਤ ਨੂੰ ਇੱਕ ਪੱਥਰ ਕੱਪੜੇ ਲਪੇਟ ਕੇ ਦੇ ਦਿੱਤਾ। ਭਾਈ ਗੁਰਦਾਸ ਜੀ ਨੇ ਗੈਲ ਛਡਾਉਣ ਲਈ, ਆਪਣਾ ਖੜਾ ਛਡਾਉਣ ਲਈ ਨਾ, ਵੀ ਰੋਜ਼ ਮੰਗੀ ਜਾਂਦਾ, ਮੈਨੂੰ ਵੀ ਦਿਓ, ਮੈਨੂੰ ਵੀ ਦਿਓ। ਉਹਨੇ ਇੱਕ ਪੱਥਰ ਚੱਕਿਆ, ਕੱਪੜੇ ਲਪੇਟ ਕੇ ਕਹਿੰਦਾ ਆ ਲੈ ਜਾ ਭਗਵਾਨ। ਉਹ ਧੰਨਾ ਭਗਤ ਇੱਕ ਦਿਨ ਬਣ ਗਿਆ ਭਗਤ। ਹੁਣ ਤਾਂ ਪਰਮਾਤਮਾ ਦਿਸਦਾ, ਉਹਦੇ ਕੰਮ ਕਰ ਰਿਹਾ ਧੰਨੇ ਦੇ, ਕਿਤੇ ਹਲ ਵਾਹੁੰਦਾ ਧੰਨੇ ਦਾ, ਕਿਤੇ ਪਾਣੀ ਲਾਉਂਦਾ, ਕਿਤੇ ਕੁਛ ਕਰਦਾ ਹੈ। ਤਰਲੋਚਨ ਮਿਲਣ ਆ ਗਿਆ। ਧੰਨੇ ਕੀ ਹਾਲ ਚੱਲ ਗਿਆ? ਆਨੰਦ 'ਚ। ਉਹ ਤੂੰ ਇੱਥੇ ਬੈਠਾ ਖੇਤੀਬਾੜੀ ਨਹੀਂ ਕਰਦਾ? ਉਹ ਕਹਿੰਦਾ ਆਹ ਦੇਖ ਭਗਵਾਨ, ਉਹ ਜਿਹੜਾ ਹਲਟ ਚਲਾ ਰਿਹਾ ਹੈ, ਉਹ ਮੇਰਾ ਪਾਣੀ ਲਾ ਰਿਹਾ ਖੇਤ ਨੂੰ। ਕਹਿੰਦਾ ਮੈਨੂੰ ਤਾਂ ਦਿਸਦਾ ਨਹੀਂ ਹੈਗਾ। ਫਿਰ ਕਹਿੰਦਾ ਆਹ ਦੇਖ, ਉਹ ਪਾਣੀ ਜ਼ਿਆਦਾ ਹੋ ਗਿਆ ਸੀ, ਪਰਮਾਤਮਾ ਨੱਕੇ ਬਦਲ ਰਿਹਾ, ਹੁਣ ਦੂਜੇ ਖੇਤ 'ਚ ਪਾਣੀ ਲਾਉਣ ਲੱਗਾ। ਉਹ ਕਹਿੰਦਾ ਧੰਨਿਆ ਮੈਨੂੰ ਵੀ ਦਰਸ਼ਨ ਕਰਾ ਦੇ। ਚਲੋ ਧੰਨੇ ਸੋਚਿਆ ਵੀ ਇਹਨੇ ਮੈਨੂੰ ਦਿੱਤਾ ਸੀ ਸਾਲਗ੍ਰਾਮ, ਅਤੇ ਚਲੋ ਮੈਂ ਭਗਵਾਨ ਨੂੰ ਕਿਹਾ ਇਹਨੂੰ ਦਰਸ਼ਨ ਕਰਨਾ। ਧੰਨਿਆ ਇਹਨੇ ਤੇਰੇ ਨਾਲ ਧੋਖਾ ਕੀਤਾ ਸੀ, ਇਹਨੇ ਤੈਨੂੰ ਖੁਸ਼ੀ ਨਹੀਂ ਦਿੱਤਾ, ਤੇ ਖੜਾ ਛਡਾਉਣ ਲਈ ਵੀ ਇਹਨੇ ਜਾਨ ਖਾਧੀ, ਤੇ ਐਵੇਂ ਪੱਥਰ ਚੱਕ ਕੇ ਦਿੱਤਾ ਵੀ ਲੈ ਜਾ ਇਹ। ਇਹਨੂੰ ਨਹੀਂ ਮੈਂ ਦਰਸ਼ਨ ਦਿੰਦਾ, ਇਹਨੂੰ ਨਹੀਂ ਮੈਂ ਦਰਸ਼ਨ ਦਿੰਦਾ, ਇਹਨੇ ਤੇਰਾ ਭਲਾ ਨਹੀਂ, ਤੈਨੂੰ ਧੋਖਾ ਦਿੱਤਾ ਇਸ ਨੇ। ਹਾਂ, ਇਹ ਭਜਨ ਬੰਦਗੀ ਕਰੇ ਡਟ ਕੇ, ਫਿਰ ਜਿਵੇਂ ਤੂੰ ਭਜਨ ਬੰਦਗੀ ਕੀਤੀ ਹੈ, ਫਿਰ ਮੈਂ ਵੀ ਇਹਨੂੰ ਦਰਸ਼ਨ ਦਿੰਦਾ। ਫਿਰ ਜੋ ਕਹੇਗਾ ਉਹੀ ਕੰਮ ਕਰਾਂਗਾ, ਮੈਂ ਤੇ ਉਹੀ ਕਰਾਂਗਾ। ਪਰਮਾਤਮਾ ਨੂੰ ਪ੍ਰਗਟ ਕਰ ਲੈ। ਦੇਖੋ ਆਨੰਦ ਹੀ ਆਨੰਦ। ਇੱਕ ਅਨਪੜ੍ਹ ਜੱਟਾਂ ਦਾ ਮੁੰਡਾ, ਉਹ ਨਾ ਸਤਸੰਗ ਕਰਿਆ ਕਰਦਾ ਸੀ, ਧੰਨਾ ਭਗਤ ਜੀ। ਸਤਸੰਗ ਕਰਕੇ ਜਿੱਥੇ ਸਾਧੂ ਦਾ ਟੋਲਾ ਆਉਣਾ, ਉੱਥੇ ਸਤਸੰਗ ਲਈ ਚਲੇ ਜਾਣਾ। ਸਤਸੰਗ ਸੁਣਦਿਆਂ ਨੂੰ ਪਤਾ ਲੱਗੇ ਜਿਹੜੇ ਕਬੀਰ ਜਲਾ ਹੈ ਉਹ ਵੀ ਭਗਤ ਹੋ ਗਿਆ।
रविदास चम्यार है वो भी भगत हो गया, सैन नाई है वो भी भगत हो गया। भी ਜਿਹੜੇ ਨੀਵੀਆਂ ਜਾਤਾਂ ਦੇ ਲੋਕ ਸਨ ਇਹ ਭਗਤ ਹੋ ਗਏ ਨੇ। ਉਹ ਧੰਨਿਆ ਤੂੰ ਤੇ ਜੱਟ ਹੈ, ਤੂੰ ਕਿਉਂ ਨਹੀਂ ਹੋ ਸਕਦਾ? ਇਹ ਬਿੱਦ ਸੁਣ ਕੇ ਜਾਟ ਰੋ ਉੱਠ ਭਗਤੀ ਲੱਗ, ਪਰ ਮਿਲੇ ਪ੍ਰਤੱਖ ਗੁਸਈਆਂ ਧੰਨਾ ਵੱਡ ਭਾਗਾ। ਦੇਖੋ ਪ੍ਰੇਰਨਾ ਮਿਲੀ ਨਾ, ਸਤ ਸੰਗਤ ਕੀਤੀ, ਪ੍ਰੇਰਨਾ ਮਿਲੀ, ਮਨ 'ਚ ਆਇਆ ਬਈ ਯਾਰ ਇਹ ਤੇ ਕੋਈ ਨਾਈ ਹੈ, ਕੋਈ ਚਮਿਆਰ ਹੈ, ਕੋਈ ਜਿਹੜਾ ਜੁਲਾਹਾ ਹੈ, ਕੋਈ ਛੀਂਬਾ ਹੈ, ਇਹ ਤਾਂ ਨੀਵੀਆਂ ਜਾਤਾਂ ਦੇ ਨੇ। ਜੇ ਇਹ ਭਗਤ ਹੋ ਸਕਦੇ ਮੈਂ ਕਿਉਂ ਨਹੀਂ ਹੋ ਸਕਦਾ? ਇਹ ਪੋਜ਼ਿਟਿਵ ਵਿਚਾਰ ਅੰਦਰ ਆ ਗਏ। ਉਹ ਜੇ ਮੇਰੇ ਭਾਗਾਂ 'ਚ ਕਿੱਥੇ, ਇਹਨਾਂ ਦੇ ਭਾਗਾਂ 'ਚ ਹੁਣੇ ਹੋ ਗਏ, ਬਸ ਇਹ ਨੈਗੇਟਿਵ ਵਿਚਾਰ ਹੈ। ਦੇਖੋ ਦੋ ਹੀ ਵਿਚਾਰ ਨੇ। ਉਹ ਭਾਈ ਇਹਨਾਂ ਦੇ ਭਾਗਾਂ 'ਚ ਭਗਤ ਬੜਾ ਲਿਖਿਆ ਸੀ, ਬਣ ਗਏ, ਮੇਰੇ ਭਾਗਾਂ 'ਚ ਪਤਾ ਲਿਖਿਆ ਕਿ ਨਹੀਂ ਲਿਖਿਆ, ਇਹ ਨੈਗੇਟਿਵ ਵਿਚਾਰ। ਉਹਨੇ ਸੋਚਿਆ ਵੀ ਜੇ ਇਹ ਭਗਤ ਹੋ ਸਕਦੇ ਤਾਂ ਮੈਂ ਕਿਉਂ ਨਹੀਂ ਹੋ ਸਕਦਾ, ਤੇ ਲੱਗ ਗਿਆ ਤੇ ਹੋ ਗਿਆ। ਗੱਲ ਤਾਂ ਸਾਡੇ ਵਿਚਾਰਾਂ ਦੀ ਹੈ। ਪੋਜ਼ਿਟਿਵ ਨੈਗੇਟਿਵ ਵਿਚਾਰ ਹੁੰਦੇ ਨੇ। ਆ ਡਿਪਰੈਸ਼ਨ ਜਿਨ੍ਹਾਂ ਨੂੰ ਹੁੰਦਾ ਕਿਉਂ ਹੁੰਦਾ? ਇਹ ਢਹਿੰਦੀਆਂ ਕਲਾ ਵਿਚਾਰ, ਇਹਨਾਂ ਦੇ ਢਹਿੰਦੀਆਂ ਕਲਾ ਵਾਲੇ ਹੋ ਗਏ। ਜਦੋਂ ਮਨੁੱਖ ਦੇ ਵਿਚਾਰ ਹੀ ਢਹਿੰਦੀਆਂ ਕਲਾ ਵਾਲੇ ਹੋ ਜਾਣ, ਉਹ ਚੜ੍ਹਦੀਆਂ ਕਲਾ ਹੋਣੀ ਬੜੀ ਮੁਸ਼ਕਿਲ ਹੁੰਦੀਆਂ ਨੇ। ਬਾਣੀ ਉਹਨਾਂ ਨੂੰ ਦੇ ਕੇ ਜਲ ਪਿਲਾ ਕੇ ਬਾਣੀ ਸੁਣਾ ਕੇ ਉਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਕਰੀਦਾ, ਤਾਂ ਜਾ ਕੇ ਵਿਚਾਰੇ ਉਹ ਠੀਕ ਹੁੰਦੇ ਨੇ। ਨਹੀਂ ਤਾਂ ਡਾਕਟਰ ਤਾਂ ਉਹਨਾਂ ਨੂੰ ਐਸੀ ਗੋਲੀ ਦਿੰਦੇ ਵੀ ਇਹ ਸੁੱਤਾ ਹੀ ਰਹੇ, ਵੀ ਦਿਮਾਗ 'ਤੇ ਟੈਨਸ਼ਨ ਹੈ, ਇਹ ਸੁੱਤਾ ਰਹੇ, ਉਹਦੇ ਕੱਢੇ ਹੋ ਗਏ ਸੁੱਤਾ। ਇਹ ਇਲਾਜ ਨਹੀਂ ਹੈ। ਬੱਚਾ ਰੋ ਰਿਹਾ, ਮਾਮਾ ਕੀ ਕਹਿੰਦਾ, ਥੋੜ੍ਹੀ ਪਹਿਲਾਂ ਫੀਮ ਦੇ ਦੇ, ਕਹਿੰਦਾ ਪਿਓ ਚੁੱਪ ਕਰ, ਪਿਆ ਰਹਿ ਕੇ ਮੈਂ ਆਪਣਾ ਘਰ ਦਾ ਕੰਮ ਕਰ ਲਾਂ। ਇਹ ਨਹੀਂ ਪਤਾ ਵੀ ਇਹ ਤਾਂ ਫੀਮੀ ਹੋ ਜਾਏਗਾ, ਇਹ ਫੀਮੀ ਹੋ ਜਾਏਗਾ। ਬਾਣੀ ਸਾਨੂੰ ਚੜ੍ਹਦੀਆਂ ਕਲਾ 'ਚ ਲੈ ਜਾਂਦੀ ਹੈ, ਹੋਰ ਕੁਛ ਨਹੀਂ ਹੈ। ਆਪ ਮੇਰੇ ਕੋਲ ਬਥੇਰੇ ਹੁੰਦੇ ਨੇ, ਮੈਂ ਗੁਰੂ ਮਹਾਰਾਜ ਪੁੱਛ ਕੇ ਵੀ ਕਿਸ ਬਾਣੀ ਨਾਲ ਚੜ੍ਹਦੀਆਂ ਕਲਾ 'ਚ ਹੋਏਗਾ, ਉਹੀ ਉਹਨੂੰ ਦੇ ਦੇ, ਘਰ ਵਿੱਚ ਲਿਆ। ਕਈ ਵਾਰੀ ਬੰਦਾ ਆਪ ਕਰਨ ਜੋਗਾ ਨੇ, ਮਾਂ ਪਿਓ ਭੈਣ ਭਰਾ ਕਹਿ ਵੀ ਤੁਸੀਂ ਜਲ ਪਾਠ ਕਰੋ, ਜਲ ਵੱਲ ਮੂੰਹ ਕਰਕੇ ਆ ਪਾਠ ਕਰੋ, ਫਿਰ ਗੁਰੂ ਮਹਾਰਾਜ ਕੇ ਬੇਨਤੀ ਜਲ ਪਿਲਾਓ, ਮਹੀਨਾ 2 ਮਹੀਨੇ, ਹੌਲੀ ਹੌਲੀ ਚੜ੍ਹਦੀਆਂ ਕਲਾਂ 'ਚ ਹੋ ਜਾਏਗਾ। ਬਾਣੀ ਚੜ੍ਹਦੀਆਂ ਕਲਾਂ 'ਚ ਲੈ ਜਾਂਦੀ ਹੈ। ਦਸਮ ਪਾਤਸ਼ਾਹ ਹੁਣ ਪਾਣੀ ਅੱਗੇ ਰੱਖਿਆ ਬਾਟੇ 'ਚ, ਵਿੱਚ ਪਤਾਸੇ ਪਾਏ ਨੇ, ਖੰਡੇ ਨਾਲ ਪਤਾਸੇ ਘੋਲ ਰਹੇ ਨੇ। ਬਾਣੀ 'ਚ ਟਿਕੀ ਲਾਈ ਹੋਈ ਹੈ, ਬਾਣੀ 'ਚ ਟਿਕੀ ਲਾਈ ਹੋਈ ਹੈ, ਖੰਡਾ ਹਲਾਈ ਜਾਂਦੇ ਨੇ, ਅਤੇ ਨਾਲ ਪੰਜੇ ਬਾਣੀ ਜਦੋਂ ਜਾਪ ਕੀਤਾ ਨਾ, ਉਹੀ ਪਾਣੀ ਅੰਮ੍ਰਿਤ ਹੋ ਗਿਆ। ਜਿਹੜਾ ਪੀਂਦਾ ਚੜ੍ਹਦੀਆਂ ਕਲਾਂ 'ਚ ਹੁੰਦਾ, ਉਹ ਸਿੱਖ ਚੜ੍ਹਦੀਆਂ ਕਲਾਂ 'ਚ ਹੋ ਗਏ। ਅੰਦਰੋਂ ਡਰ ਡੁਰ ਸਾਰੇ ਖਤਮ ਹੋ ਗਏ, ਨਾਮ ਬਾਣੀ ਨਾਲ ਜੁੜ ਗਏ। ਕਿਉਂਕਿ ਅੰਮ੍ਰਿਤ ਬਾਣੀ ਨੇ ਬਣਾਇਆ, ਪਤਾਸਿਆਂ ਨੇ ਤਾਂ ਸ਼ਰਬਤ ਬਣਾਇਆ ਸੀ। ਉਸ ਸ਼ਰਬਤ ਨੂੰ ਅੰਮ੍ਰਿਤ ਕਿਹਨੇ ਬਣਾਇਆ? ਪੰਜਾਂ ਬਾਣੀਆਂ ਨੇ ਬਣਾਇਆ। ਇਹ ਬਾਣੀ 'ਚ ਇੰਨੀ ਤਾਕਤ ਹੈ। ਇਸ ਲਈ ਗੁਰੂ ਪਿਆਰਿਓ, ਬਾਣੀ ਪੜ੍ਹੋ, ਨਾਮ ਜਪੋ। ਔਖੇ ਹੋਣ ਦੀ ਲੋੜ ਨਹੀਂ, ਦੁੱਖ 'ਚ ਝਾਗਣ ਦੀ ਲੋੜ ਨਹੀਂ। ਸਹਿਜ ਸੁਭਾਅ ਭਜਨ ਬੰਦਗੀ ਕਰਦੇ ਰਹੋ, ਆਪਣਾ ਪਰਿਵਾਰ ਪਾਲੋ, ਆਪਣੀ ਕਿਰਤ ਕਰੋ, ਅਤੇ ਜਿੰਨਾ ਸਮਾਂ ਮਿਲੇ ਗੱਪਾਂ ਮਾਰਨਾ, ਫਜ਼ੂਲ ਦਾ TV ਵੇਖਣ ਨਾਲ ਕਰੋਨੇ ਦੀਆਂ ਗੱਲਾਂ ਕਰਨੀਆਂ ਛੱਡੋ। ਲੈ ਮੈਂ ਦਾਅਵੇ ਨਾਲ ਕਹਿਣਾ, ਅਖਬਾਰਾਂ TV ਦੇ ਵਿੱਚ ਕਰੋਨੇ ਬਾਰੇ ਕੋਈ ਖਬਰ ਨਾ 1 ਮਹੀਨਾ ਆਵੇ, ਇਹ ਮੁੱਕ ਜਾਏਗਾ, ਇਹ ਮੁੱਕ ਜਾਏਗਾ। ਲੋਕਾਂ ਨੇ ਅੱਛਾ ਕਰੋਨਾ ਖਤਮ ਹੋ ਗਿਆ, ਕਰੋਨਾ ਖਤਮ ਹੋ ਗਿਆ, ਕਰੋਨਾ ਖਤਮ ਹੋ ਗਿਆ। ਹੁਣ ਹਾਏ ਉਹਨੂੰ ਹੋ ਗਿਆ ਕਿਤੇ ਮੈਨੂੰ ਹੋ ਜਾਏ, ਹਾਏ ਉਹਨੂੰ ਹੋ ਗਿਆ ਕਿਤੇ ਮੈਨੂੰ, ਉਹ ਹੁਣ 7 ਬੰਦੇ ਰੋਜ਼ ਮਰਨ ਲੱਗ ਗਏ, ਕਿਤੇ ਮੈਂ ਨਾ ਮਰ ਜਾ। ਚੱਲ ਆਹੀ ਸੋਚੀ ਜਾਣ, ਕਿਤੇ ਮੈਂ ਨਾ ਮਰ ਜਾ, ਕਿਤੇ ਮੈਂ ਨਾ ਮਰ ਜਾ। ਉਹ ਨੈਗੇਟਿਵ ਵਿਚਾਰ ਅੰਦਰ ਪੈਦਾ ਹੋ ਗਏ। ਜੇ ਨਹੀਂ ਮਰਨਾ ਤੂੰ ਮਰਨ ਵਰਗਾ ਹੋ ਜਾਏਗਾ, ਮੰਜੇ 'ਤੇ ਪੈ ਜਾਏਗਾ, ਉਹ ਮਰਨ ਤੋਂ ਵੀ ਮਾੜਾ ਹੈ। ਬਾਣੀ ਪੜ੍ਹੋ, ਬਾਣੀ ਸਾਨੂੰ ਚੜ੍ਹਦੀਆਂ ਕਲਾਂ 'ਚ ਕਰੇਗੀ, ਨਾਮ ਚੜ੍ਹਦੀਆਂ ਕਲਾਂ 'ਚ ਰੱਖਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ। ਮਹਾਂਤ ਮਹਾਂਪੁਰਖ ਨੂੰ ਕਹਿੰਦੇ, ਮਹਾਤਮਾ ਨੂੰ।
ਪਰਮਾਤਮਾ ਆਤਮਾ ਦੇ ਮੱਥੇ 'ਤੇ ਪ੍ਰਗਟ ਹੋ ਜਾਂਦਾ ਹੈ। ਮੱਥੇ ਤੋਂ ਹੀ ਪਤਾ ਲੱਗਦਾ ਹੈ ਬੰਦਾ ਨਾਮ ਜਪਣ ਵਾਲਾ ਹੈ। ਵੈਸੇ ਕਿ ਦਿਲ ਕੀ ਬਾਤ ਬਤਾ ਦੇਤਾ ਹੈ ਅਸਲੀ ਨਕਲੀ ਚਿਹਰਾ, ਪੜ੍ਹਦੇ ਸੁਣਿਆ ਨਾ। ਜੋ ਅੰਦਰ ਸਾਡੇ ਹਾਵ ਭਾਵ ਨੇ ਉਹ ਸਾਡੇ ਚਿਹਰੇ 'ਤੇ ਆਉਣਗੇ ਹੀ। ਤੁਸੀਂ ਆਪਣੇ ਦੁੱਖ ਨੂੰ ਕਿੰਨੀ ਕੁ ਦੇਰ ਛੁਪਾ ਸਕਦੇ ਹੋ, ਉਹ ਚਿਹਰੇ ਤੋਂ ਪਤਾ ਲੱਗੂਗਾ। ਉਦਾਸ ਹੈ, ਇਹਨੂੰ ਕੋਈ ਦੁੱਖ ਹੈ, ਇਹਨੂੰ ਕੋਈ ਦੁੱਖ ਹੈ। ਕਿੰਨੀ ਕੁ ਦੇਰ ਬਨੌਟੀ ਚਿਹਰਾ ਬਣਾ ਕੇ ਰੱਖ ਸਕਦੇ ਹੋ ਤੁਸੀਂ। ਜੋ ਅੰਦਰ ਹੈ ਉਹਨੇ ਇੱਕ ਦਿਨ ਪ੍ਰਗਟ ਹੋਣਾ ਹੀ ਹੋਣਾ ਹੈ। ਚਿਹਰੇ 'ਤੇ ਪਤਾ ਲੱਗਦਾ ਖੁਸ਼ ਹੈ ਉਦਾਸ ਹੈ, ਦਾ ਮਨ ਖੁਸ਼ ਹੈ ਕਿ ਉਦਾਸ ਹੈ, ਚਿਹਰਾ ਦੱਸਦਾ ਹੈ। ਸੋ ਪਰਮਾਤਮਾ ਮਹਾਤਮਾ ਦੇ ਚਿਹਰਿਆਂ 'ਤੇ ਪ੍ਰਗਟ ਹੋ ਜਾਂਦਾ ਹੈ। ਨਾਨਕ ਉਦਰੇ ਤਿਨ ਕੈ ਸਾਥੇ। ਫਿਰ ਉਹ ਮਹਾਤਮਾ ਜਿਹਨਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ ਨਾ, ਜਿਹੜਾ ਉਹਨਾਂ ਦਾ ਸਾਥ ਕਰਦਾ, ਜਿਹੜਾ ਉਹਨਾਂ ਦੀ ਸੰਗਤ ਕਰਦੇ ਨੇ, ਉਹਨਾਂ ਦਾ ਵੀ ਪਾਰ ਉਤਾਰ ਹੋ ਜਾਂਦਾ। ਨਾਨਕ ਉਦਰੇ ਤਿਨ ਕੈ ਸਾਥੇ, ਉਹਨਾਂ ਦਾ ਸਾਥ ਦੇਣ ਵਾਲੇ, ਉਹਨਾਂ ਦੀ ਸੰਗਤ ਕਰਨ ਵਾਲੇ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਸ਼ਰਨ ਜੋਗ ਸੁਨ ਸ਼ਰਨੀ ਆਏ। ਪਰਮਾਤਮਾ ਸ਼ਰਨ ਦੇਣ ਦੇ ਯੋਗ ਹੈ, ਸਮਰੱਥ ਹੈ। ਇਹ ਗੱਲ ਸੁਣ ਕੇ ਨਾ ਜਿਹੜੇ ਉਹਦੀ ਸ਼ਰਨ 'ਚ ਆ ਗਏ, ਕਈ ਵਾਰ ਪਤਾ ਲੱਗਿਆ ਪਰਮਾਤਮਾ ਸ਼ਰਨ ਦੇਣ ਦੇ ਸਮਰੱਥ ਹੈ। ਕਈ ਹਰ ਇੱਕ ਬੰਦਾ ਸਾਨੂੰ ਸ਼ਰਨ ਨਹੀਂ ਦੇ ਸਕਦਾ। ਅਸੀਂ ਦੁਸ਼ਮਣ ਤੋਂ ਸ਼ਰਨ ਲੈਣਾ ਚਾਹੁੰਦੇ ਹਾਂ, ਸਾਨੂੰ ਉਸ ਬੰਦੇ ਕੋਲ ਜਾਣਾ ਪਏਗਾ ਜਿਹੜਾ ਸਾਡੇ ਦੁਸ਼ਮਣ ਤੋਂ ਵੱਧ ਤਾਕਤਵਰ ਹੈ। ਉਹ ਤਾਂ ਸ਼ਰਨ ਦੇ ਦੇਗਾ। ਜਿਹੜਾ ਆਪ ਹੀ ਵਿਚਾਰਾ ਡਰਪੋਕ ਹੈ, ਉਹ ਸਾਨੂੰ ਕੀ ਸ਼ਰਨ ਦੇ ਦੇਗਾ। 1962 ਦੀ ਜਿਹੜੀ ਲੜਾਈ ਹੋਈ ਚਾਈਨਾ ਦੀ ਅਤੇ ਹਿੰਦੁਸਤਾਨ ਦੀ, ਚਾਈਨਾ ਨੇ ਦਲਾਈ ਲਾਮਾ ਦੇ ਇਲਾਕੇ ਲਦਾਖ ਦੇ ਵਿੱਚ ਹਮਲਾ ਕਰਕੇ ਦਲਾਈ ਲਾਮਾ ਜਿਹੜਾ ਬੋਧੀਆਂ ਦਾ ਸਭ ਤੋਂ ਵੱਡਾ ਗੁਰੂ ਸੀ, ਉਹ ਉੱਥੋਂ ਕੱਢਤਾ। ਬਹੁਤ ਸਾਰੇ ਬੋਧੀ ਵੀ ਉਹਨਾਂ ਦੇ ਨਾਲ ਹਿੰਦੁਸਤਾਨ 'ਚ ਆ ਗਏ। ਉਹਦੇ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਉਹਨੇ ਆ ਕੇ ਸ਼ਰਨ ਮੰਗੀ। ਹੁਣ ਸਾਡਾ ਸੱਭਿਆਚਾਰ ਹੈ ਵੀ ਜੋ ਸ਼ਰਨ ਮੰਗਦਾ ਉਹਨੂੰ ਸ਼ਰਨ ਦਿਓ। ਹਿੰਦੁਸਤਾਨ ਨੇ ਉਹਨੂੰ ਸ਼ਰਨ ਦਿੱਤੀ। ਇਹ ਸੋਚਿਆ ਨਾ ਕਿਸੇ ਚੀਨ ਸਾਡੇ ਤੋਂ ਤਗੜਾ ਹੈ, ਚੀਨ ਸਾਡੇ ਤੋਂ ਤਗੜਾ ਹੈ। ਚੀਨ ਕਹਿੰਦਾ ਮੇਰਾ ਬੰਦਾ ਵਾਪਸ ਕਰੋ, ਇਹ ਕਹਿੰਦਾ ਨਾ ਜੀ ਉਹ ਤਾਂ ਸਾਡੀ ਸ਼ਰਨ 'ਚ ਆ ਗਿਆ, ਹੁਣ ਅਸੀਂ ਕਰਦੇ। ਕਦੇ ਕੋਈ ਦੱਸਦਾ ਫਿਰ ਉਹਨਾਂ ਨੇ 1962 'ਚ ਹਮਲਾ ਕਰਤਾ। ਤੁਸੀਂ ਤਾਂ ਫਿਰ ਸ਼ਾਇਦ ਜੰਮੇ ਨਾ ਹੋ, ਮੈਨੂੰ ਪਤਾ ਹੈ। ਇੱਕ ਚੌਂਕੀ ਗਈ, ਹਾਰ ਗਏ ਅਸੀਂ, ਦੂਜੀ ਚੌਂਕੀ ਹਾਰ ਗਏ, ਤੀਜੀ ਹਾਰ ਗਏ, ਚੌਥੀ ਹਾਰ ਗਏ। ਜਦੋਂ 34-35 ਚੌਂਕੀਆਂ ਹਾਰ ਗਏ, ਉਹ ਆਪੇ ਹੀ ਹਟ ਗਿਆ। ਉਹਨੇ ਕਿਹਾ ਨਹੀਂ ਮੈਨੂੰ ਬਹੁਤ ਹੈ। ਉਦੋਂ ਦਾ ਇਲਾਕਾ 1962 ਦਾ ਹਿੰਦੁਸਤਾਨ ਦਾ ਕਿੰਨੇ ਇਲਾਕਾ ਉਸਨੇ ਦੱਬਿਆ ਹੋਇਆ, ਅੱਜ ਤੱਕ ਨਹੀਂ ਖਾਲੀ ਕਰਦਾ। ਅਜੇ ਕਹਿੰਦਾ ਮੇਰਾ ਹੋਰ ਅੱਗੇ ਤੱਕ। ਤਕੜਾ ਨਾ, ਤਕੜੇ ਦਾ 37 20 100, ਉਹ ਤਾਂ 5 20 ਦਾ 100 ਹੁੰਦਾ ਨਾ, 20 ਨੂੰ 5 ਨਾਲ ਗੁਣਾ 100 ਹੁੰਦਾ। ਤਕੜੇ ਦਾ 37 20 100 ਕਹਾਵਤ ਬਣੀ ਹੋਈ ਹੈ। ਤਕੜਾ ਮਾਰੇ ਵੀ ਰੋਣ ਵੀ ਨਾ ਦੇਵੇ। ਤੁਸੀਂ ਜੋ ਅੱਖ ਕਰ ਦੇਖ ਨਾ, ਤੁਸੀਂ ਬੱਚੇ ਥੱਪੜ ਮਾਰਿਆ ਕਿਸੇ ਘਰ, ਉਹ ਰੋਂਦਾ, ਚੁੱਪ ਕਰਦਾ ਕਿ ਹੋਰ ਲਾਓ। ਫਿਰ ਮੈਨੂੰ ਯਾਦ ਆ ਜਾਂਦਾ, ਤਕੜਾ ਮਾਰੇ ਵੀ ਰੋਣ ਵੀ ਨਹੀਂ ਦੇ। ਅਸੀਂ ਸ਼ਰਨ ਦੇਣ ਦੇ ਸਮਰੱਥ ਹੀ ਨਹੀਂ ਸੀ। ਗਲਤੀ ਕਰ ਬੜੇ ਸ਼ਰਨ ਦੇਤੀ, ਉਹਨੇ ਸਾਡਾ ਕਿੰਨੇ ਇਲਾਕਾ ਦੱਬ ਲਿਆ, ਕਿੰਨੇ ਕਿਲੋਮੀਟਰ, ਹਜ਼ਾਰਾਂ ਕਿਲੋਮੀਟਰ ਛੱਡਦਾ, ਅੱਜ ਤੱਕ ਨਹੀਂ ਛੱਡਦਾ। ਪਰਮਾਤਮਾ ਹੀ ਸ਼ਰਨ ਦੇਣ ਦੇ ਯੋਗ ਹੈ। ਠੀਕ ਹੈ। ਮੇਰੇ ਮਗਰ ਲੱਗਾ ਸ਼ੇਰ ਅਤੇ ਮੈਂ ਬਘਿਆੜ ਦਾ ਕਿ ਘੁਰਨਾ ਆ ਗਿਆ, ਅਤੇ ਉਹਨੂੰ ਕਹਿੰਦਾ ਮੈਨੂੰ ਸ਼ਰਨ ਦੇਈ। ਉਹ ਕਹਿੰਦਾ ਚਲੋ ਚੱਲ, ਤੂੰ ਤਾਂ ਮਰਨਾ ਹੈ, ਬਘਿਆੜ ਸ਼ੇਰ ਮੈਨੂੰ ਵੀ ਮਾਰੇਗਾ, ਮੈਂ ਨਹੀਂ ਤੈਨੂੰ ਸ਼ਰਨ ਦਿੰਦਾ। ਅਤੇ ਜੇ ਕੋਈ ਆ ਜਾ ਮੇਰੇ ਘੁਰਨੇ 'ਚ ਆ ਜਾ, ਅਤੇ ਸ਼ੇਰ ਨੂੰ ਲੱਗ ਗਿਆ ਪਤਾ ਉਹ ਮੈਨੂੰ ਵੀ ਮਾਰੇ ਅਤੇ ਬਘਿਆੜ ਨੂੰ ਵੀ ਮਾਰੇਗਾ। ਤੂੰ ਕੌਣ ਹੈ ਇਹਨੂੰ ਸ਼ਰਨ ਦੇਣ ਵਾਲਾ? ਇਹ ਤਾਂ ਇੱਕ ਪਰਮਾਤਮਾ ਹੀ ਸ਼ਰਨ ਦੇਣ ਵਾਲਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਸ਼ਰਨ ਜੋਗ ਸੁਣ ਸ਼ਰਨੀ ਆਏ, ਵੀ ਪਰਮਾਤਮਾ ਸ਼ਰਨ ਦੇਣ ਦੇ ਸਮਰੱਥ ਹੈ। ਇਹ ਸੁਣ ਕੇ ਅਸੀਂ ਉਹਦੀ ਸ਼ਰਨ 'ਚ ਆ ਗਏ। ਫਿਰ ਉਸਨੇ ਕੀ ਕੀਤਾ? ਕਰ ਕਿਰਪਾ ਪ੍ਰਭਾਪ ਮਿਲਾਏ। ਪਰਮਾਤਮਾ ਨੇ ਕਿਰਪਾ ਕੀਤੀ, ਸਾਨੂੰ ਆਪਣੇ ਨਾਲ ਮਿਲਾ ਲਿਆ। ਜਦੋਂ ਨੇ ਨਾਲ ਮਿਲਾ ਲਿਆ ਫਿਰ ਕੀ ਹੋਇਆ? ਮਿਟ ਗਏ ਵੈਰ ਪਏ ਸਭ ਰੇਨ। ਸਾਰੇ ਵੈਰ ਵਿਰੋਧ ਖਤਮ ਹੋ ਗਏ। ਅਸੀਂ ਸਭ ਦੀ ਚਰਨ ਧੂੜ ਹੋ ਗਏ। ਰੇਨ ਹੁੰਦਾ ਚਰਨ ਧੂੜ, ਹਿੰਦੀ ਵਾਲੇ ਕਹਿੰਦੇ ਰੇਣੂ। ਕਈ ਵਾਰ ਨੰਨੇ ਨੂੰ ਅੰਕਲ ਲਾਇਆ ਹੁੰਦਾ ਹੈ।
ਕਈ ਦਾ ਨਾਂ ਰੱਖਿਆ ਰੇਣੂ ਬਾਲਾ, ਬਾਲਾ ਬੜੇ ਬੱਚੀ, ਰੇਣੂ ਚਰਨ ਧੂੜ। ਕਹਿੰਦੇ ਅਸੀਂ ਤਾਂ ਉਹਨਾਂ ਦੀ ਹੁਣ ਸਭ ਦੀ ਚਰਨ ਧੂੜ ਹੋ ਗਏ, ਅੰਦਰ ਵੈਰ ਵਿਰੋਧ ਹੀ ਖਤਮ ਹੋ ਗਿਆ ਹੈ। ਅੰਮ੍ਰਿਤ ਨਾਮ ਸਾਧ ਸੰਗ ਲੈਣ। ਫਿਰ ਜਿਹੜੇ ਪਰਮਾਤਮਾ ਦੀ ਸ਼ਰਨ 'ਚ ਆ ਜਾਂਦੇ ਨੇ, ਉਹ ਪਰਮਾਤਮਾ ਉਹਨਾਂ ਦੀ ਕਿਰਪਾ ਕਰਦਾ, ਆਪਣੇ ਨਾਲ ਮਿਲਾ ਲੈਂਦਾ, ਉਹਨਾਂ ਦੇ ਅੰਦਰ ਵੈਰ ਵਿਰੋਧ ਸਭ ਮਿਟ ਜਾਂਦੇ ਨੇ, ਉਹਨਾਂ ਦੇ ਅੰਦਰ ਨਿਮਰਤਾ ਆ ਜਾਂਦੀ ਹੈ। ਅੰਮ੍ਰਿਤ ਨਾਮ ਸਾਧ ਸੰਗ ਲੈਣ। ਉਹ ਸਤ ਸੰਗ 'ਚ ਆਉਂਦੇ ਨੇ, ਉਹ ਗੁਰੂ ਦੀ ਸੰਗਤ ਕਰਦੇ ਨੇ ਅਤੇ ਅੰਮ੍ਰਿਤ ਨਾਮ ਜਪਦੇ ਨੇ। ਨਾਮ ਨੂੰ ਅੰਮ੍ਰਿਤ ਵੀ ਕਿਹਾ ਅਤੇ ਅੰਮ੍ਰਿਤ ਨੂੰ ਨਾਮ ਵੀ ਕਿਹਾ ਹੈ। ਅੰਮ੍ਰਿਤ ਏਕੋ ਨਾਮ ਹੈ, ਨਾਮ ਹੀ ਅਸਲ 'ਚ ਅੰਮ੍ਰਿਤ ਹੈ। ਅਗਰ ਗੁਰੂ ਬਾਰੇ ਬਾਣੀਆਂ ਨਾ ਪੜ੍ਹਦੇ ਤਾਂ ਉਹ ਸ਼ਰਬਤ ਅੰਮ੍ਰਿਤ ਨਹੀਂ ਸੀ ਹੋਣਾ। ਬਾਣੀ ਨੇ ਹੀ ਅੰਮ੍ਰਿਤ ਬਣਾਇਆ ਹੈ। ਅਸਲ 'ਚ ਨਾਮ ਬਾਣੀ ਹੀ ਅੰਮ੍ਰਿਤ ਹੈ। ਉਹ ਸਤ ਸੰਗ 'ਚ ਆ ਕੇ ਫਿਰ ਪਰਮਾਤਮਾ ਦਾ ਅਮਰ ਕਰ ਦੇਣ ਵਾਲਾ ਨਾਮ ਜਪਦੇ ਹਨ। ਜਦੋਂ ਨਾਮ ਜਪਦੇ ਨੇ ਫਿਰ ਕੀ ਹੁੰਦਾ? ਸੋ ਪ੍ਰਸੰਨ ਪਏ ਗੁਰਦੇਵ। ਫਿਰ ਪਰਮਾਤਮਾ ਖੁਸ਼ ਹੋ ਜਾਂਦਾ। ਪ੍ਰਸੰਨ ਖੁਸ਼, ਸੋ ਪ੍ਰਸੰਨ ਬਹੁਤ ਖੁਸ਼। ਪਰਮਾਤਮਾ ਬਹੁਤ ਖੁਸ਼ ਹੋ ਜਾਂਦਾ ਹੈ। ਪੂਰਨ ਹੋਈ ਸੇਵਕ ਕੀ ਸੇਵ। ਅਤੇ ਜਿਹੜਾ ਸੇਵਕ ਸੀ, ਉਹ ਜਿਹੜੀ ਸੇਵਾ ਕਰ ਰਿਹਾ ਸੀ ਸਿਮਰਨ ਦੀ, ਉਹਦੀ ਪੂਰਨ ਹੋ ਗਈ, ਭਾਵ ਸਫਲੀ ਹੋ ਗਈ। ਤੁਸੀਂ ਸਿਮਰਨ ਕੀਤਾ, ਪਰਮਾਤਮਾ ਤੁਹਾਨੂੰ ਆਪਣੇ ਨਾਲ ਮਿਲਾ ਲਿਆ ਹੈ, ਪਰਮਾਤਮਾ ਤੁਹਾਡੇ 'ਤੇ ਖੁਸ਼ ਹੋ ਗਿਆ, ਸਮਝੋ ਤੁਹਾਡੀ ਸੇਵਾ ਸਫਲੀ ਹੋ ਗਈ ਹੈ। ਜੇ ਇੱਕ ਬੱਚੇ ਨੇ ਪੜ੍ਹਾਈ ਕੀਤੀ, ਚੰਗੇ ਨੰਬਰ ਨਾਲ ਪਾਸ ਹੋ ਗਿਆ, ਉਹਦੀ ਮਿਹਨਤ ਸਫਲੀ ਹੋ ਗਈ। ਗੱਲ ਕਹਿੰਦੀ ਮਿਹਨਤ ਸਫਲੀ ਹੋ ਗਈ। ਜਾਂ ਜਿੰਨੀ ਅਸੀਂ ਉਮੀਦ ਰੱਖੀ, ਕਈ ਵਾਰੀ ਨਾ ਬੱਚਾ ਕਹਿੰਦਾ ਮੇਰੇ ਇੰਨੇ ਨੰਬਰ ਆਉਣਗੇ, ਉਹ ਕਈ ਵਾਰ ਉਹਦੋਂ ਵੱਧ ਆ ਜਾਏ, ਕਈ ਵਾਰ ਉਹਦੋਂ ਘੱਟ ਆ ਜਾਏ, ਉਹਨੇ ਨਹੀਂ ਆਉਂਦੇ। ਉਹ ਕਹਿੰਦਾ ਮੇਰਾ ਅੰਦਾਜ਼ਾ ਗਲਤ ਨਹੀਂ। ਉਹਨੂੰ ਕਿਸੇ ਮੈਂ ਦੇਖਿਆ ਕਈ ਵਾਰੀ ਪੇਪਰ ਵਧੀਆ ਨਹੀਂ ਹੁੰਦਾ, ਰਿਜ਼ਲਟ ਉਹਦੇ 'ਚ ਨੰਬਰ ਜ਼ਿਆਦਾ ਹੁੰਦੇ ਨੇ। ਕਈ ਵਾਰੀ ਪੇਪਰ ਵਧੀਆ ਕੀਤਾ ਹੁੰਦਾ, ਰਿਜ਼ਲਟ ਉਹ 'ਚ ਨੰਬਰ ਘੱਟ ਹੁੰਦੇ ਨੇ। ਪਰ ਪਰਮਾਤਮਾ ਦੀ ਜਿਹੜੀ ਸੇਵਾ ਸਿਮਰਨ ਹੈ ਨਾ, ਇਹ ਵੱਧ ਘੱਟ ਨੰਬਰ ਨਹੀਂ। ਜਿੰਨਾ ਸਿਮਰਨ ਕੀਤਾ ਉਹਨੇ ਨੰਬਰ ਆਉਣਗੇ। ਜਿੰਨਾ ਸਿਮਰਨ ਕੀਤਾ, ਹੁਣ ਇਹ ਨਹੀਂ ਕਿ ਸਿਮਰਨ ਬਹੁਤ ਕੀਤਾ ਅਤੇ ਨੰਬਰ ਥੋੜ੍ਹੇ ਆਉਣਗੇ, ਨਹੀਂ। ਬਹੁਤ ਕੀਤਾ ਅਤੇ ਬਹੁਤੇ ਨੰਬਰ, ਥੋੜ੍ਹਾ ਕੀਤਾ ਅਤੇ ਥੋੜ੍ਹੇ ਨੰਬਰ। ਸੋ ਗੁਰੂ ਮਹਾਰਾਜ ਕਹਿੰਦੇ, ਸੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਆਲ ਜੰਜਾਲ, ਆਲ ਹਿੰਦੀ ਕਹਿੰਦੇ ਆਲਿਆ, ਆਲਿਆ ਜਿਹਨੂੰ ਕਹਿੰਦੇ ਘਰ। ਆ ਜਿਹੜਾ ਹਿਮਾਲਾ ਪਰ ਇਹਨੂੰ ਕਹਿੰਦੇ ਹਿਮ ਆਲਿਆ। ਹਿਮ ਆਲਿਆ, ਬਰਫ ਦਾ ਘਰ, ਹਿਮ ਬਰਫ ਨੂੰ ਕਹਿੰਦੇ। ਹਿਮ ਪਲੱਸ ਆਲਿਆ, ਜਦੋਂ ਉਹਨੇ ਸੰਧੀ ਕੀਤੀ ਇਹ ਬਣ ਗਿਆ ਹਿਮਾਲਿਆ। ਵਿੱਚੋਂ ਆੜਾ ਕੱਟ ਗਿਆ, ਆੜਾ ਕੱਟ ਕੇ ਉਹ ਸਾਡੇ ਕੰਨਾਂ ਲੱਗ ਗਿਆ। ਹਿਮ ਆਲਿਆ, ਜਦੋਂ ਇਕੱਠਾ ਕੀਤਾ ਆੜਾ ਖਤਮ ਹੋ ਗਿਆ, ਕੰਨਾਂ ਲੱਗ ਗਏ ਹਿਮਾਲਿਆ। ਆਲਿਆ ਘਰ ਨੂੰ ਕਹਿੰਦੇ ਨੇ। ਜੰਜਾਲ ਝੰਜਟ। ਔਰ ਕਹਿੰਦਾ ਆਇਆ ਕਰ ਯਾਰ ਸੱਸ, ਉਹ ਜੀ ਘਰ ਦੇ ਝੰਜਟ ਹੀ, ਜੰਜਾਲਾਂ 'ਚ ਫਸ ਗਿਆ ਮੈਂ, ਨਿਕਲ ਹੀ ਨਹੀਂ ਹੁੰਦਾ। ਇਹ ਵੀ ਝੰਜਟ ਹੁੰਦੇ ਨੇ। ਕੋਈ ਤਾਂ ਅਸੀਂ ਆਪ ਹੀ ਪੈਦਾ ਕੀਤੇ ਨੇ, ਬਸ ਆਪਾਂ ਪੰਗੇ ਜੇ ਲਈ ਜਾਂਦੇ ਹਾਂ, ਫਿਰ ਵਕਤ ਨੂੰ ਫੜੇ ਜਾਂਦੇ। ਸਿੱਧਾ ਜੀਵਨ ਜਿਉਂਦੇ ਨਹੀਂ, ਸਿੱਧੇ ਸਿੱਧੇ ਰੇਗ ਚਲੋ ਤਾਂ ਨਤਕ ਧੱਕਾ ਜਵਈ ਹੈ। ਕਹਿੰਦੇ ਸਿੱਧੇ ਸਿੱਧੇ ਤੁਰੋ। ਇਹ ਬੰਦਾ ਸਿੱਧਾ ਤੁਰਦਾ ਨਹੀਂ ਹੈ, ਇਹ ਪੁੱਠੇ ਪਾਸੇ ਜਾਂਦਾ ਹੈ, ਪੁੱਠੇ ਕੰਮ ਕਰਦਾ, ਫਿਰ ਆਪ ਹੀ ਵਕਤ ਨੂੰ ਫੜਿਆ ਜਾਂਦਾ। ਫਿਰ ਕਹਾਵਤ ਆਪੇ ਫਸੜੀਏ ਤੈਨੂੰ ਕੌਣ ਛਡਾਏ। ਤੂੰ ਆਪ ਹੀ ਫਸੇ ਹੋਏ ਹੈ, ਇਸ ਤੈਨੂੰ ਕੌਣ ਛਡਾਏ। ਇਹ ਮਨੁੱਖ ਆਪ ਹੀ ਸੰਸਾਰਕ ਪਰਿਵਾਰਕ ਝੰਜਟਾਂ 'ਚ ਫਸਿਆ ਹੋਇਆ ਹੈ। ਉਹ ਇਹਨਾਂ ਝੰਜਟਾਂ ਤੋਂ ਰਹਿਤ ਹੋ ਜਾਂਦੇ ਨੇ। ਬੇਕਾਰ ਦੇ ਬੁਰਾਈਆਂ, ਆਲ ਜੰਜਾਲ ਬੇਕਾਰ ਅਤੇ ਰਹਿਤੇ। ਰਹਿਤ ਹੁੰਦਾ ਕਿਸੇ ਚੀਜ਼ ਤੋਂ ਬਚ ਜਾਣਾ। ਉਹ ਸੰਸਾਰਕ ਝੰਜਟਾਂ ਤੋਂ, ਬੁਰਾਈਆਂ ਤੋਂ ਬਚ ਜਾਂਦੇ ਹਨ। ਰਾਮ ਨਾਮ ਸੁਨ ਰਸਨਾ ਕਹਤੇ। ਕੌਣ ਬਚਦੇ ਨੇ? ਜਿਹੜੇ ਪਰਮਾਤਮਾ ਦਾ ਨਾਮ ਆਪਣੀ ਰਸਨਾ ਨੂੰ ਕਹਿੰਦੇ ਰਹਿੰਦੇ ਨੇ, ਜਿਹੜੇ ਰਾਮ 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 ਕਰਦੇ ਰਹਿੰਦੇ ਨੇ, ਵਾਹਿਗੁਰੂ 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 ਕਰਦੇ ਰਹਿੰਦੇ ਨੇ। ਉਹਨਾਂ ਕੋਲੇ ਫਿਰ ਭੈੜੇ ਖਿਆਲਾਂ ਲਈ ਸਮਝ ਨਹੀਂ ਹੁੰਦਾ। ਦੇਖੋ ਇਹ ਮਨ ਹੈ।
ਮਨ ਜਨਮਾਂ ਜਨਮਾਂਤਰਾਂ ਦਾ ਮੈਲਾ ਹੋਣ ਕਰਕੇ ਖੋਟਾ ਹੈ। ਇਹ ਖੋਟਾ ਹੈ। ਮਨ ਖੁਟਹਰ ਤੇਰੇ ਨਹੀਂ ਵਿਸਾਸ, ਤੂੰ ਮਹਾਂ ਉਦਮਦ। ਹੈ ਖੋਟੇ ਮਨ, ਤੇਰਾ ਕੋਈ ਵਿਸ਼ਵਾਸ ਨਹੀਂ, ਕਿਸ ਵੇਲੇ ਤੂੰ ਕੀ ਕਰਾ ਦੇ। ਇਹ ਮਨ ਦੀਆਂ ਲਹਿਰਾਂ, ਮਨ ਦੇ ਫੁਰਨੇ, ਸਾਵਧਾਨ ਰਹਿਣਾ ਇਹਨਾਂ ਤੋਂ। ਜਦੋਂ ਅਸੀਂ ਵਾਹਿਗੁਰੂ 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 ਕਰੀ ਜਾਵਾਂਗੇ, ਹੋਰ ਖਿਆਲ ਆਉਣ ਨੂੰ ਟਾਈਮ ਹੀ ਨਾ ਦੇਵਾਂਗੇ। ਹੋਰ ਖਿਆਲ ਇੱਕੋ ਹੀ ਆ ਰਹੇ ਨੇ। ਜਦੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਂ ਬਾਣੀ ਪੜ੍ਹੀ ਜਾਂਦੇ ਹਾਂ, ਫਿਰ ਸਾਡੇ ਕੋਲ ਸਮੇਂ ਹੀ ਨਹੀਂ ਕਿ ਅਸੀਂ ਪੁੱਠੇ ਕੰਮ ਕਰੀਏ। ਬਾਣੀ ਨੇ ਸਾਨੂੰ ਵੈਸੇ ਸੁਚੇਤ ਕਰ ਦੇਣਾ, ਸਾਵਧਾਨ ਕਰ ਦੇਣਾ, ਸਾਨੂੰ ਸਿੱਖਿਅਤ ਕਰ ਦੇਣਾ ਹੈ। ਫਿਰ ਅਸੀਂ ਜਿਹੜਾ ਹੈ ਨਾ ਮਾੜੇ ਕੰਮ ਕਰਾਂਗੇ, ਨਾ ਮੁਸੀਬਤ 'ਚ ਪਵਾਂਗੇ। ਲੋਕ ਮਾੜੇ ਕੰਮ ਕਰਦੇ ਨੇ, ਫਿਰ ਵਕਤ ਨੂੰ ਫੜੇ ਜਾਂਦੇ ਨੇ, ਫਿਰ ਉਹਨਾਂ ਕੋਲ ਵੇਲ ਹੀ ਨਹੀਂ ਬਚਦੀ। ਸੋ ਜਿਹੜੇ ਰਾਮ ਨਾਮ ਸੁਣ ਰਸਨਾ ਕਰਤੇ, ਜਿਹੜੇ ਰਾਮ ਦਾ ਨਾਮ ਸੁਣਦੇ ਨੇ ਅਤੇ ਰਸਨਾ ਨਾਲ ਜਪਦੇ ਨੇ ਨਾ, ਉਹ ਇਹ ਸੰਸਾਰਕ ਝੰਜਟਾਂ ਤੋਂ, ਬੁਰਾਈਆਂ ਤੋਂ ਬਚ ਕੇ ਰਹਿੰਦੇ ਹਨ। ਕਰ ਪ੍ਰਸਾਦ ਦਇਆ ਪ੍ਰਭ ਧਾਰੀ। ਪਰਮਾਤਮਾ ਨੇ ਕੀਤੀ ਕਿਰਪਾ, ਸਾਡੇ 'ਤੇ ਦਇਆ ਕੀਤੀ, ਉਹਨੇ ਪ੍ਰਸਾਦ ਕੀਤਾ, ਉਹਦੀ ਕਿਰਪਾ ਹੋਈ ਹੈ, ਉਹਦੀ ਸਾਡੇ 'ਤੇ ਦਇਆ ਹੋ ਗਈ ਹੈ। ਫਿਰ ਕੀ ਹੈ? ਨਾਨਕ ਨਿਭੀ ਖੇਪ ਹਮਾਰੀ। ਖੇਪ ਨਾਮ ਰੂਪੀ ਸੌਦਾ, ਖੇਪ ਸੌਦੇ ਨੂੰ ਕਹਿੰਦੇ। ਸਾਡਾ ਇਹ ਨਾਮ ਜਿਹੜਾ ਜਪਿਆ, ਜਿਹੜਾ ਸੌਦਾ ਸੀ ਨਾ, ਇਹ ਤੁਰ ਤੱਕ ਨਿਭ ਗਿਆ। ਅਗਲਾ ਕਹਿੰਦਾ ਫਲਾਣੇ ਜੀ ਤੁਰ ਤੱਕ ਨਿਭ ਗਈ ਹੈ। ਇਹ ਨਾਮ ਫਿਰ ਨਾਲ ਹੀ ਜਾਂਦਾ ਬੰਦੇ ਦੇ, ਤੁਰ ਤੱਕ ਨਿਭਦਾ। ਇਹ ਨਹੀਂ ਦੋਸਤ ਹੈ, ਵਿੱਚੋਂ ਦੋਸਤੀ ਟੁੱਟ ਜਾਂਦੀ ਹੈ। ਰਿਸ਼ਤੇਦਾਰੀ ਵੀ ਦੇਖ, ਉਹ ਵੀ ਟੁੱਟ ਜਾਂਦੀ ਹੈ। ਭਰਾ ਭਰਾ ਇੱਕ ਦੂਜੇ ਕਾਤਲ ਹੋ ਜਾਂਦੇ ਨੇ। ਬੱਚੇ ਆਪਣੇ ਮਾਂ ਪਿਓ ਨੂੰ ਮਾਰ ਦਿੰਦੇ ਨੇ। ਕਿੰਨੇ ਹੁੰਦਾ ਆ ਨਸ਼ਈ ਜਿਹੜੇ ਆਪਣੇ ਮਾਂ ਪਿਓ ਨੂੰ ਮਾਰ ਦਿੰਦੇ ਨੇ। ਉਹ ਪੈਸੇ ਮੰਗਦੇ ਨੇ, ਉਹ ਕਿੱਥੋਂ ਰੋਜ਼ ਰੋਜ਼ ਪੈਸੇ ਦੇਣ? ਉਹ ਦੇ ਨਹੀਂ ਸਕਦੇ। ਕੋਈ ਚੱਕੀ ਕੁਹਾੜੀ ਮਾਰੀ ਚੱਕੀ, ਉਹ ਮਾਰਤਾ, ਕਹੀ ਚੱਕੀ ਕਹੀ ਮਾਰਤੀ, ਹੋਰ ਕੋਈ ਹੋਰ ਕੁਛ ਮਾਰਤਾ। ਸੋ ਉਹ ਜਿਹੜੇ ਸੰਸਾਰਕ ਲੋਕ ਨੇ, ਉਹ ਧੁਰ ਤੱਕ ਨਹੀਂ ਨਿਭਦੇ। ਇਹ ਤਾਂ ਇੱਕ ਪਰਮਾਤਮਾ ਦਾ ਨਾਮ ਹੈ ਜਿਹੜਾ ਧੁਰ ਤੱਕ ਨਿਭਦਾ ਹੈ। ਤੁਸੀਂ ਜਿੱਥੇ ਵੀ ਜਾਓਗੇ, ਇਹ ਨਾਮ ਤੁਹਾਡੇ ਨਾਲ ਹੀ ਜਾਏਗਾ। ਇਹ ਲੋਕ 'ਚ ਵੀ ਨਿਭਦਾ ਅਤੇ ਪਰਲੋਕ ਦੇ ਵਿੱਚ ਵੀ ਨਾਲ ਜਾਂਦਾ ਹੈ। ਇਸ ਲਈ ਕਹਿੰਦੇ ਪਰਮਾਤਮਾ ਨੇ ਦਇਆ ਆਈ ਸਾਡੇ 'ਤੇ, ਉਹਨੇ ਸਾਡੇ 'ਤੇ ਕਿਰਪਾ ਕੀਤੀ, ਸਾਡੀ ਉਹਦੇ ਨਾਲ ਧੁਰ ਤੱਕ ਨਿਭ ਗਈ। ਨਿਭਾਉਣੀ ਹੀ ਅਸੀਂ ਪਰਮਾਤਮਾ ਟੁੱਟ ਫੁੱਟ ਨਹੀਂ ਕਰਨੀ। ਉਹਦਾ ਨਾਮ ਜਪੀ ਜਾਣਾ ਹੀ ਉਹਦੇ ਨਾਲ ਨਿਭਾਉਣਾ। ਨਾਮ ਛੱਡ ਦੇਣਾ, ਬਾਣੀ ਛੱਡ ਦੇਣਾ, ਸਤਸੰਗ ਛੱਡ ਦੇਣਾ, ਇਹਦਾ ਮਤਲਬ ਸਾਡੀ ਟੁੱਟ ਫੁੱਟ ਹੋ ਗਈ ਹੈ। ਇਹ ਜਿਹੜੀ ਖੇਪ, ਨਾਮ ਦੀ ਖੇਪ ਹੈ, ਨਾਮ ਦਾ ਜਿਹੜਾ ਸੌਦਾ ਹੈ, ਇਹ ਤੁਰ ਤੱਕ ਨਿਭਦਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।